गुण अवगण न विचारो कोई। मट्टी का क्या तोपे स्वामी, मानस की गत ही। कोट अपराध हमारे खंडो, अनेक विधि समझावो। हम अज्ञान अल्प मत थोरी, तुम आपन विदद रखावो। तुमरी शरण तुम्हारी आसा, तुम ही सजन सोहले। राखो राखनहार दयाला, नानक कर के गोले। नासरो मंसूर गुर गोबिंद सिंह, इज़्ज़ती मंजूर गुर गोबिंद सिंह। हक रह गंजूर गुर गोबिंद सिंह। जुमला फैज़ नूर गुर गोबिंद सिंह। परम सन्मानी योग जुगो जुग अटल चवर छत्र तख्त दे मालिक, धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जिन्हां उत्ते सतगुरु सच्चे पातशाह जी ने कनेरी नदर करके सत संगत दियां अमूलक कड़ियां बख्शिश करके नवाजिया है। साहिबे कमाल सरवंसदानी बादशाह दरवेश सतगुरु कलगीधर दशमेश पिता साहब श्री गुरु गोबिंद सिंह महाराज सच्चे पातशाह जियां दे लखते जिगर फरजंद चौहां साहिबजादियां दी महान शहादत नूं समर्पित और धन माता गुजर कौर जियां दी लसानी शहादत नूं समर्पित चमकौर साहब दे समूह शहीदां नूं याद करदिआं ये विशेष गुरमत समागम सजे हन। बहुत ही प्यार दे नाल आप जियां ने कीर्तन सरवण कीता है और साहिबजादियां नाल इतिहास नाल संबंधित कुछ कवितावां जिहड़ियां हन वो कीर्तन रूप में सरवण कीतियां हन। बहुत ही वैराग
ਔਰ ਬਹੁਤ ਹੀ ਸੁਰੀਲੀ ਰਸਨਾ ਦੇ ਨਾਲ ਭਾਈ ਸਾਹਿਬ ਜੀਆਂ ਨੇ ਤੁਹਾਨੂੰ ਸਰਵਣ ਕਰਵਾਇਆ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਆਪਾਂ ਸਾਰਿਆਂ ਨੂੰ ਭਾਵਨਾ ਬਖਸ਼ਿਸ਼ ਕਰਨ, ਪ੍ਰੇਮ ਬਖਸ਼ਿਸ਼ ਕਰਨ। ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਤੇ ਨਹੀਂ ਬਣ ਸਕਦੇ, ਉਹਦੇ ਪੁੱਤਾਂ ਵਰਗੇ ਨਹੀਂ ਹੋ ਸਕਦੇ, ਪਰ ਅਰਦਾਸ ਕਰੀਏ, ਹੇ ਸਤਿਗੁਰੂ ਤੇਰੇ ਪੁੱਤਾਂ ਦੀ ਗਾਥਾ ਸੁਣਦਿਆਂ ਸੁਣਾਉਂਦਿਆਂ ਕਿਤੇ ਤੇਰੇ ਬਖਸ਼ੇ ਹੋਇਆਂ ਦੀ ਚਰਨ ਧੂੜ ਮਿਲੇ, ਸਾਡਾ ਵੀ ਇਹ ਰਹਿੰਦਾ ਜੀਵਨ ਸਫਲ ਹੋ ਸਕੇ। ਕਿਉਂਕਿ ਜਿਸ ਤਰ੍ਹਾਂ ਦੀ ਦੁਨੀਆ ਵਿੱਚ ਆਪਾਂ ਗੁਆਚੇ ਹੋਏ ਹਾਂ ਸਾਧ ਸੰਗਤ, ਇਹ ਆਪੋ ਆਪਣੇ ਮਨ ਨਾਲ ਫੈਸਲਾ ਕਰਿਓ ਤਾਂ ਤੁਹਾਨੂੰ ਐਂ ਲੱਗੇਗਾ ਅਸੀਂ ਗੁਰੂ ਤੋਂ ਬਹੁਤ ਦੂਰ ਬੈਠੇ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ। ਕਿਉਂਕਿ ਸੰਸਾਰ ਦੇ ਅੰਦਰ ਕੋਈ ਕਿੰਨਾ ਵੀ ਵੱਡਾ ਮਹਾਬਲੀ ਯੋਧਾ ਹੋਵੇ, ਬੰਦਾ ਕਿੰਨਾ ਵੀ ਬਲਸ਼ਾਲੀ ਹੋਵੇ, ਪੁੱਤਾਂ ਦਾ ਮੋਹ ਉਹਨੂੰ ਕਮਜ਼ੋਰ ਕਰ ਦਿੰਦਾ ਹੈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਈਏ, ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਦਾ ਬਲ ਕੋਈ ਘੱਟ ਨਹੀਂ ਕਰ ਸਕਿਆ। ਆਓ ਸਤਿਗੁਰ ਦੇ ਇਤਿਹਾਸ ਨਾਲ ਜੁੜੀਏ। ਇੱਕ ਵਾਰ ਹਾਜ਼ਰੀ ਲਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾਈਏ। ਹਾਜ਼ਰੀ ਲਵਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਬਹੁਤ ਵੱਡੇ ਵੱਡੇ ਯੋਧੇ ਹੋਏ ਨੇ, ਬਹੁਤ ਵੱਡੇ ਵੱਡੇ ਸੂਰਵੀਰ ਹੋਏ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਏਦਾਂ ਦੇ ਬੰਦੇ ਵੀ ਹੋਏ ਨੇ ਇਸ ਧਰਤੀ ਤੇ ਜਿਨ੍ਹਾਂ ਦੀਆਂ ਭੁਜਾਵਾਂ ਬਾਹਾਂ ਦਾ ਬਲ ਐ ਸੀ ਜਿਵੇਂ ਕਿਲੇ ਹੋਣ। ਉਹਨਾਂ ਕੋਲ ਘੋੜੇ ਇੰਨੇ ਤੇਜ਼ ਰਫ਼ਤਾਰ ਵਿੱਚ ਦੌੜਨ ਵਾਲੇ ਸਨ ਜਿਵੇਂ ਤੇਜ਼ ਹਵਾ ਹਨੇਰੀ ਵਗ ਰਹੀ ਹੋਵੇ। ਮਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੁਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ। ਏਦਾਂ ਦੇ ਰਾਜੇ ਜਿਨ੍ਹਾਂ ਦੀਆਂ ਬਾਹਾਂ 'ਚ ਇੰਨਾ ਬਲ ਸੀ। ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਸਾਧ ਸੰਗਤ, ਮਹਾਭਾਰਤ ਦਾ ਦੁਆਪਰ ਵਿੱਚ ਇੱਕ ਯੋਧਾ ਹੋਇਆ ਹੈ ਜਿਹਨੂੰ ਅਰਜੁਨ ਕਹਿੰਦੇ ਨੇ। ਉਹਨੇ 17 ਦਿਨਾਂ ਵਿੱਚ ਮਹਾਭਾਰਤ ਦੀ ਜੰਗ ਕੁਰਸ਼ੇਤਰ ਦੀ ਧਰਤੀ ਤੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰੇ। ਔਰ ਸਾਧ ਸੰਗਤ, ਉਹਦਾ ਨਿਸ਼ਾਨਾ ਇੰਨਾ ਪੱਕਾ ਸੀ ਕਿ ਪਾਣੀ ਵਿੱਚ, ਖੂਹ ਵਿੱਚ ਘੁੰਮਦੀ ਤੈਰਦੀ ਮੱਛੀ ਦੀ ਅੱਖ ਦਾ ਨਿਸ਼ਾਨਾ ਲਾਉਂਦਾ ਸੀ। ਔਰ ਕੁਰਸ਼ੇਤਰ ਦੀ ਜੰਗ ਅੰਦਰ ਉਹਨੇ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ। ਤੇ ਜਿੱਦਣ ਉਹਦਾ ਆਪਣਾ ਪੁੱਤਰ ਅਭਿਮਨਿਊ ਮਾਰਿਆ ਗਿਆ, ਉਦਣ ਅਰਜੁਨ ਨੇ ਵੀ ਤੀਰ ਕਮਾਨ ਤਲਵਾਰਾਂ ਸੁੱਟ ਦਿੱਤੀਆਂ। ਉਹ ਵੀ ਮਹਾਭਾਰਤ ਦੀ ਧਰਤੀ ਤੇ ਰੱਥ ਤੋਂ ਉਤਰ ਕੇ ਰੋਣ ਲੱਗ ਪਿਆ। ਸ਼੍ਰੀ ਕ੍ਰਿਸ਼ਨ ਬੇਵੱਸ ਹੋ ਗਏ ਕਿਉਂਕਿ ਉਹ ਰਥਵਾਨ ਸਨ। ਉਹਦੇ ਚਾਰ ਹੀ ਪੰਜਾਂ ਪਾਂਡਵਾਂ ਚੋਂ ਚਾਰੇ ਹੀ ਪਾਂਡਵ ਇਕੱਠੇ ਹੋ ਕੇ ਕ੍ਰਿਸ਼ਨ ਕੋਲ ਆਏ ਤੇ ਸਭ ਤੋਂ ਵੱਡੇ ਯੁਧਿਸ਼ਟਰ ਕਹਿੰਦੇ ਨੇ, ਕਹਿੰਦੇ ਸ਼੍ਰੀ ਕ੍ਰਿਸ਼ਨ ਮਹਾਰਾਜ, ਅਰਜੁਨ ਤੋਂ ਬਗੈਰ ਤਾਂ ਅਸੀਂ ਮੈਦਾਨੇ ਜੰਗ ਵਿੱਚ ਕੁਝ ਵੀ ਨਹੀਂ। ਸਾਡੇ ਕੋਲ ਪੰਜਾਂ ਪਾਂਡਵਾਂ ਵਿੱਚੋਂ ਲੈ ਦੇ ਕੇ ਕੋਈ ਸੂਰਵੀਰ ਯੋਧਾ ਹੈ ਜਿਸ ਤੋਂ ਕੌਰਵ ਡਰਦੇ ਨੇ, ਉਹ ਅਰਜੁਨ ਹੈ। ਤੇ ਅਰਜੁਨ ਪੁੱਤਰ ਮਰਨ ਤੋਂ ਬਾਅਦ ਰੋਣ ਲੱਗ ਪਿਆ, ਉਹਦਾ ਬਲ ਹਾਰ ਗਿਆ, ਉਹਨੇ ਤੀਰ ਤਲਵਾਰਾਂ ਸੁੱਟ ਦਿੱਤੀਆਂ ਨੇ। ਏਦਾਂ ਤਾਂ ਅਸੀਂ ਜੰਗ ਹਾਰ ਜਾਾਂਗੇ। ਕਹਿੰਦੇ ਨੇ ਫਿਰ ਸ਼੍ਰੀ ਕ੍ਰਿਸ਼ਨ ਨੇ ਇੱਕ ਗੱਲ ਕਹੀ,
ਪੰਜਾਂ ਪਾਂਡਵਾਂ ਨੂੰ ਕਹਿੰਦਾ ਕ੍ਰਿਸ਼ਨ ਵਿੱਚ ਹੁਣ ਉਹ ਬਲ, ਅਰਜੁਨ ਦੇ ਅੰਦਰ ਉਹ ਤਾਕਤ ਨਹੀਂ ਰਹੀ ਪੁੱਤਰ ਮਰਨ ਤੋਂ, ਜਿਹੜੀ ਤਾਕਤ ਪੁੱਤ ਜਿਉਂਦਿਆਂ ਪਹਿਲਾਂ ਇਹਦੇ ਸਰੀਰ ਵਿੱਚ ਸੀ। ਤਾਂ ਪੰਜਾਂ ਪਾਂਡਵਾਂ ਨੂੰ ਉਹਨੇ ਕਿਹਾ ਤੁਸੀਂ ਉਨੀ ਦੇਰ ਜੰਗ ਨਹੀਂ ਜਿੱਤ ਸਕਦੇ ਮਹਾਭਾਰਤ ਦੀ, ਜਿੰਨੀ ਦੇਰ ਕੌਰਵਾਂ ਵੱਲ ਦੇ ਪਾਸੇ ਸ਼ਸਤਰ ਵਿਦਿਆ ਦਾ ਗੁਰੂ ਦ੍ਰੋਣਾਚਾਰੀਆ ਖੜਾ ਹੈ, ਕਿਉਂਕਿ ਉਸ ਜੰਗ ਵਿੱਚ ਇੱਕ ਯੋਧਾ ਹੋਰ ਹੈ, ਉਹਨੂੰ ਗੁਰੂ ਦ੍ਰੋਣਾਚਾਰੀਆ ਕਹਿੰਦੇ ਨੇ। ਉਹ ਅਰਜੁਨ ਦਾ ਵੀ ਗੁਰੂ ਹੈ। ਜਿੰਨੀ ਦੇਰ ਦ੍ਰੋਣਾਚਾਰੀਆ ਕੌਰਵਾਂ ਵੱਲ ਖੜਾ ਹੈ, ਤੁਸੀਂ ਮਹਾਭਾਰਤ ਦੀ ਜੰਗ ਜਿੱਤ ਹੀ ਨਹੀਂ ਸਕਦੇ। ਤਾਂ ਫਿਰ ਯੁਧਿਸ਼ਟਰ ਪੁੱਛਦਾ ਹੈ, ਕਹਿੰਦਾ ਸ਼੍ਰੀ ਕ੍ਰਿਸ਼ਨ ਮਹਾਰਾਜ ਫਿਰ ਜੰਗ ਕਿਵੇਂ ਜਿੱਤੀ ਜਾਵੇ? ਇਹ ਖੁਦ ਦੁਆਪਰ ਦੇ ਅਵਤਾਰ ਨੇ ਗੱਲ ਕਹੀ। ਸ਼੍ਰੀ ਕ੍ਰਿਸ਼ਨ ਨੇ ਕਿਹਾ, ਕਹਿੰਦੇ ਕਿੰਨਾ ਵੀ ਵੱਡਾ ਕੋਈ ਦੁਨੀਆ ਦਾ ਯੋਧਾ ਹੋਵੇ, ਉਹ ਪੁੱਤਾਂ ਦੇ ਮੋਹ ਵਿੱਚ ਕਮਜ਼ੋਰ ਪੈ ਜਾਂਦਾ ਹੈ। ਜਾਓ ਦ੍ਰੋਣਾਚਾਰੀਆਂ ਦੇ ਕੋਲ ਜਾ ਕੇ ਝੂਠਾ ਮੂਠਾ ਰੌਲਾ ਪਾ ਦਿਓ, ਅਸਵਥਾਮਾ ਹਰੋ, ਅਸਵਥਾਮਾ ਹਰੋ। ਅਸਵਥਾਮਾ ਉਹਦੇ ਪੁੱਤ ਦਾ ਨਾਂ ਸੀ। ਰੌਲਾ ਪਾ ਦਿਓ ਅਸਵਥਾਮਾ ਮਰ ਗਿਆ, ਅਸਵਥਾਮਾ ਮਰ ਗਿਆ। ਦ੍ਰੋਣਾਚਾਰੀਆ ਪੁੱਤ ਦੇ ਮੋਹ ਵਿੱਚ ਕਮਜ਼ੋਰ ਪੈ ਜਾਏਗਾ, ਉਹਦੇ ਕੋਲ ਤੀਰ ਚਲਾਉਣ ਦਾ ਬਲ ਨਹੀਂ ਰਹੇਗਾ, ਤੁਸੀਂ ਜੰਗ ਜਿੱਤ ਜਾਓਗੇ। ਮਹਾਭਾਰਤ ਦਾ ਆਖਰੀ ਐਪੀਸੋਡ ਇੱਥੇ ਖਤਮ ਹੋਇਆ ਜਦੋਂ ਦ੍ਰੋਣਾਚਾਰੀਆ ਦੇ ਕੋਲ ਜਾ ਕੇ ਯੁਧਿਸ਼ਟਰ ਨੇ ਕਿਹਾ, ਅਸਵਥਾਮਾ ਹਰੋ ਕੁੰਚਰੋ ਕੇ ਨਰੋ, ਅਸਵਥਾਮਾ ਹਰੋ ਕੁੰਚਰੋ ਕੇ ਨਰੋ। ਇੰਨੀ ਗੱਲ ਸੁਣ ਕੇ ਦ੍ਰੋਣਾਚਾਰੀਆ ਨੇ, ਹੈ ਅਸਵਥਾਮਾ ਮਰ ਗਿਆ? ਦ੍ਰੋਣਾਚਾਰੀਆ ਦੇ ਸਰੀਰ 'ਚ ਬਲ ਨਹੀਂ ਰਿਹਾ, ਉਹ ਤੀਰ ਕਮਾਨ ਸੁੱਟ ਕੇ ਬਹਿ ਗਿਆ। ਅਗਲੀ ਸਵੇਰ ਹੀ ਜਿੱਤ ਦਾ ਬਿਗਲ ਵੱਜਿਆ, ਪਾਂਡਵਾਂ ਦੀ ਮਹਾਭਾਰਤ ਵਿੱਚ ਜਿੱਤ ਹੋ ਗਈ। ਕਹਿਣ ਤੋਂ ਭਾਵ ਵੱਡੇ ਵੱਡੇ ਯੋਧੇ ਬਲੀ ਬੰਦੇ ਜਿਹੜੇ ਨੇ, ਉਹ ਪੁੱਤਾਂ ਦੇ ਮੋਹ ਵਿੱਚ ਕਮਜ਼ੋਰ ਪੈ ਜਾਂਦੇ ਨੇ। ਬਲਿਹਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਬਲ ਨਹੀਂ ਘਟ ਕਰ ਸਕਿਆ। ਲਾਲਾ ਦੌਲਤ ਰਾਏ ਆਰੀਆ ਲਿਖਦਾ, ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਮਹਾਬਲੀ ਨਹੀਂ। ਉਹ ਜਿਹੜਾ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਲੰਘ ਗਿਆ, ਉਹਦਾ ਬਲ, ਉਹਦੀ ਤਾਕਤ ਕੋਈ ਘਟ ਨਹੀਂ ਕਰ ਸਕਿਆ, ਉਹਦੇ ਅੰਦਰ ਦੀ ਮਸਤੀ ਨੂੰ ਕੋਈ ਘਟ ਨਹੀਂ ਕਰ ਸਕਿਆ। ਇੱਕ ਗੱਲ ਕਹਿ ਕੇ ਮੈਂ ਇਤਿਹਾਸ ਵਿੱਚ ਅੱਗੇ ਤੁਰਨਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ, ਇਤਿਹਾਸ ਕਹਿੰਦਾ ਬਾਰ-ਬਾਰ ਭਾਈ ਦਇਆ ਸਿੰਘ ਇਹ ਗੱਲ ਕਹਿੰਦੇ ਰਹੇ, ਮਹਾਰਾਜ ਪਿਓ ਹੋਣ ਦਾ ਫਰਜ਼ ਨਿਭਾ ਕੇ ਜਾਓ, ਸੰਸਕਾਰ ਕਰਨਾ ਸੰਭਵ ਨਹੀਂ। ਮਹਾਰਾਜ ਇੱਕ ਵਾਰ ਕਫਨ ਪਾਉਣਾ ਤਾਂ ਪਿਓ ਦਾ ਫਰਜ਼ ਬਣਦਾ ਹੈ, ਸੰਸਕਾਰ ਕਰਨਾ ਸੰਭਵ ਨਹੀਂ। ਕਫਨ ਤਾਂ ਪਾਇਆ ਜਾ ਸਕਦਾ ਹੈ, ਮੈਂ ਦੁਮੱਲਾ ਖੋਲ ਕੇ ਦਿੰਨਾ, 2 ਟੋਟੇ ਕਰਕੇ ਪੁੱਤਾਂ ਦਾ ਸਰੀਰ ਢੱਕ ਜਾ। ਮਹਾਰਾਜ ਤੇਰੇ ਪੁੱਤਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ। ਛਾਤੀ ਤੋਂ ਲੈ ਕੇ ਪੇਟ ਤੱਕ ਬੋਟੀਆਂ ਬੋਟੀਆਂ ਕਰ ਦਿੱਤੀਆਂ ਨੇ, ਅੰਦਰਾਂ ਬਾਹਰ ਆ ਗਈਆਂ ਨੇ, ਸੈਂਕੜੇ ਵਰਸ਼ੀਆਂ ਤੇਰੇ ਅਜੀਤ ਤੇ ਜੁਝਾਰ ਦੇ ਵੱਜੀਆਂ ਨੇ। ਮਹਾਰਾਜ ਲਾਸ਼ਾਂ ਵੇਖਣ ਯੋਗ ਨਹੀਂ, ਕਿਰਪਾ ਕਰੋ, ਮੈਂ ਦੁਮੱਲਾ ਦਿੰਨਾ, ਤੁਸੀਂ 2 ਟੋਟੇ ਕਰਕੇ ਸਰੀਰ ਢੱਕ ਦਿਓ। ਕਲਗੀਧਰ ਪਾਤਸ਼ਾਹ ਜਵਾਬ ਦਿੰਦੇ ਨੇ, ਕਹਿੰਦੇ ਦਇਆ ਸਿੰਘ, ਮੈਂ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਕਰ ਸਕਦਾ, ਮੈਂ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਪਾ ਸਕਦਾ। ਮੈਨੂੰ ਪੁੱਤਾਂ ਨਾਲੋਂ ਵੱਧ ਸਿੱਖ ਪਿਆਰੇ ਨੇ। ਓਏ ਮੈਂ ਸਿੱਖਾਂ ਦੀਆਂ ਲਾਸ਼ਾਂ ਛੱਡ ਕੇ ਪੁੱਤਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪਾ ਸਕਦਾ। ਰਹਿਣ ਦੇ ਦਇਆ ਸਿੰਘ, ਮੈਂ ਸਿੱਖਾਂ ਤੇ ਪੁੱਤਾਂ ਵਿੱਚ ਕਦੇ ਫਰਕ ਨਹੀਂ ਕਰ ਸਕਦਾ। ਜਦੋਂ ਹਜ਼ੂਰ ਇਸ ਤਰ੍ਹਾਂ ਕਹਿ ਕੇ ਤੁਰਨ ਲੱਗੇ ਨਾ, ਪਿਆਰੇ ਦਇਆ ਸਿੰਘ ਨੇ ਇੱਕ ਗੱਲ ਕਹੀ, ਦਾਤਿਆ ਕਿਹੜੀ ਗੱਲ ਦੇ ਪਿੱਛੇ ਲੱਗਾ ਹੋਇਆ? ਪਾਤਸ਼ਾਹ, ਪਹਿਲਾਂ ਤੂੰ ਆਪਣਾ ਪਰਿਵਾਰ ਖੇਰੂ ਖੇਰੂ ਹੁੰਦਾ ਵੇਖਿਆ, ਤੇਰਾ ਪਰਿਵਾਰ ਤੇਰੀਆਂ ਅੱਖਾਂ ਦੇ ਸਾਹਮਣੇ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਦੀ ਕੋਈ ਖਬਰ ਨਹੀਂ, ਤੇਰੇ ਮਹਿਲਾਂ ਦਾ ਕੋਈ ਪਤਾ ਨਹੀਂ। 2 ਪੁੱਤ ਬਚੇ ਸਨ, ਤੂੰ ਸਾਡੀ ਗੱਲ ਮੰਨੀ ਨਹੀਂ, ਦੋਵੇਂ ਪੁੱਤ ਜੰਗ ਵਿੱਚ ਭੇਜ ਕੇ ਸ਼ਹੀਦ ਕਰਵਾ ਲੈ। ਤੇ ਪਾਤਸ਼ਾਹ ਹੁਣ ਕਫਨ ਪਾਉਣ ਨੂੰ ਕਹਿੰਦੇ, ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਤੇ ਪੁੱਤਾਂ 'ਚ ਫਰਕ ਨਹੀਂ ਕਰ ਸਕਦਾ, ਆਪਣੇ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਛੱਡ ਚੱਲੇ ਹੋ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਹੜੀ ਗੱਲ ਦੇ ਪਿੱਛੇ ਲੱਗਾ ਹੋਇਆ? ਮਹਾਰਾਜ ਕਿਹੜੀ ਗੱਲ ਦੇ ਪਿੱਛੇ ਪਏ ਹੋਏ ਹੋ? ਇੰਨੀ ਕੁ ਗੱਲ, ਪਿਓ ਹੋਣ ਦਾ ਫਰਜ਼ ਤਾਂ ਨਿਭਾਉਣਾ ਚਾਹੀਦਾ ਹੈ, ਤੁਸੀਂ ਕਫਨ ਪਾਉਣ ਤੋਂ ਇਨਕਾਰ ਕਰਦੇ ਹੋ। ਮਹਾਰਾਜ ਕਿਹੜੀ ਗੱਲ ਪਿੱਛੇ ਲੱਗ ਗਿਆ?
ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਝੱਲੀ ਨਹੀਂ ਜਾਂਦੀ, ਤੂੰ ਕਿਵੇਂ ਸੱਲ ਚੱਲ ਕੇ ਤੁਰ ਪਿਆ। ਮਹਾਰਾਜ ਇੰਨੀ ਵੱਡੀ ਪੀੜ, ਇੰਨਾ ਵੱਡਾ ਦਰਦ, ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਤੂੰ ਕਿਵੇਂ ਲੰਘ ਚੱਲਿਆ। ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਨਹੀਂ ਝੱਲੀ ਜਾਂਦੀ। ਕੁਝ ਸਮਾਂ ਪਹਿਲਾਂ ਇੱਕ ਵੀਡੀਓ ਨੈਟ ਉੱਤੇ ਵਾਇਰਲ ਹੋਈ ਹੈ। ਮੈਂ ਕਦੇ ਲਾਈਵ ਤੋਂ ਕਿਹਾ, ਆ ਛੱਪੜ ਵਿੱਚ ਪੋਖਰ ਦੇ ਕੰਢੇ ਟਟੀਰੀਆਂ ਹੁੰਦੀਆਂ ਨਾ, ਪਾਣੀ 'ਚ ਤਰਦੀਆਂ, ਤਾਂ ਕਹਿੰਦੇ ਨੇ ਉਹ ਜਿਹੜੀ ਮੁਰਗਾਬੀ ਹੈ ਟਟੀਰੀ, ਉਹ ਆਪਣੇ ਬੱਚਿਆਂ ਨਾਲ ਸੜਕ ਪਾਰ ਕਰ ਰਹੀ ਸੀ। ਨਿੱਕੇ ਨਿੱਕੇ ਬੋਟ ਜਿਹੜੇ ਸਨ ਉਹਦੇ ਮਗਰ ਤੁਰ ਰਹੇ ਸਨ। ਇੰਨੇ ਨੇ ਕੋਈ ਗੱਡੀ ਆਈ, ਉਹਦਾ ਇੱਕ ਨਿੱਕਾ ਜਿਹਾ ਬੱਚਾ ਬੋਟ ਗੱਡੀ ਦੇ ਥੱਲੇ ਆ ਗਿਆ। ਬਾਕੀ ਤਾਂ ਛੋਟੇ ਛੋਟੇ ਬੋਟ ਭੱਜ ਗਏ ਬੱਚੇ। ਉਹ ਟਟੀਰੀ ਘੁੰਮ ਕੇ ਪਰਤ ਕੇ ਫੇਰ ਆ ਕੇ ਆਪਣੇ ਨਿੱਕੇ ਜਿਹੇ ਉਹ ਬੱਚੇ ਦੇ ਕੋਲ ਬਹਿ ਗਈ। ਤੇ ਸਾਧ ਸੰਗਤ ਫਿਰ ਗੱਡੀਆਂ ਵਾਲੇ ਗੱਡੀਆਂ ਰੋਕ ਲਈਆਂ, ਲੋਕ ਘੁਮਾ ਕੇ ਉੱਥੋਂ ਲੰਘ ਰਹੇ ਸੀ। ਉਹ ਸੜਕ ਦੇ ਗੱਬੇ ਆਪਣੇ ਮਰੇ ਹੋਏ ਨਿੱਕੇ ਜਿਹੇ ਬੱਚੇ ਦੇ ਕੋਲ ਬੈਠੀ ਰਹੀ। ਲੋਕਾਂ ਵੀਡੀਓ ਬਣਾ ਕੇ ਨੈਟ ਉੱਤੇ ਪਾਈ ਹੈ। ਦੇਖੋ, ਪੰਛੀਆਂ ਵਿੱਚ ਵੀ ਬੱਚਿਆਂ ਦਾ ਇੰਨਾ ਮੋਹ ਹੈ, ਜਾਨਵਰਾਂ ਦੇ ਅੰਦਰ ਵੀ ਬੱਚਿਆਂ ਦਾ ਇੰਨਾ ਮੋਹ ਹੈ। ਤੇ ਅੱਜ ਜਿਹੜੀ ਗੱਲ ਪਿਆਰੇ ਦਇਆ ਸਿੰਘ ਜੀ ਨੇ ਕਹੀ, ਉਹ 10ਵੇਂ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਕਿਹੜੀ ਗੱਲ ਪਿੱਛੇ ਲੱਗਾ ਹੋਇਆ। ਪਰਿਵਾਰ ਅੱਖਾਂ ਦੇ ਸਾਹਮਣੇ ਵਿਛੜ ਗਿਆ, ਤੁਸੀਂ ਨਾਲ ਨਹੀਂ ਰੱਖਿਆ। ਅਸੀਂ ਆਨੰਦਪੁਰ ਸਾਹਿਬ ਤੋਂ ਤੁਰਨ ਲੱਗਿਆ ਤੁਹਾਨੂੰ ਕਹਿੰਦੇ ਰਹੇ, ਪਾਤਸ਼ਾਹ ਆਪਣਾ ਪਰਿਵਾਰ ਇਕੱਠਾ ਰੱਖੋ। ਤੁਸੀਂ ਆਨੰਦਪੁਰ ਸਾਹਿਬ ਕਿਲਾ ਛੱਡਣ ਲੱਗਿਆ 20 ਪਰਿਵਾਰ ਅਲੱਗ-ਅਲੱਗ ਕਰ ਲਿਆ। ਮਹਾਰਾਜ ਵਿਫਤਾ ਵੇਲੇ ਹਰ ਬੰਦਾ ਆਪਣੇ ਬੱਚਿਆਂ ਨੂੰ ਨਾਲ ਰੱਖਦਾ, ਪਰ ਤੁਸੀਂ ਉਸ ਵਕਤ ਹੀ ਅਲੱਗ-ਅਲੱਗ ਕਰ ਦਿੱਤੇ। ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਨੇ ਉਹ ਲਿਖਿਆ, ਤੁਸੀਂ ਵੀ ਪਰਿਵਾਰਾਂ ਵਾਲੇ ਬੈਠੇ ਹੋ, ਜੇ ਕਿਤੇ ਸਟੇਸ਼ਨ ਤੇ ਟ੍ਰੇਨ ਫੜਨੀ ਹੋਵੇ ਨਾ, ਟ੍ਰੇਨ ਜਦੋਂ ਆ ਜਾਂਦੀ ਹੈ ਤਾਂ ਤੁਸੀਂ ਹਾਲਾਂਕਿ ਭੱਜ ਕੇ ਡੱਬੇ ਵਿੱਚ ਟ੍ਰੇਨ ਵਿੱਚ ਹੀ ਚੜ੍ਹਨਾ ਹੈ। ਉਦੋਂ ਵੀ ਬੰਦੇ ਇੱਕ ਹੱਥ ਵਿੱਚ ਆਪਣਾ ਬੈਗ ਬਰੀਕੇਸ ਦਬਦਾ ਫੜਨਗੇ, ਦੂਜੇ ਹੱਥ ਨਾਲ ਬੱਚੇ ਦਾ ਹੱਥ ਫੜਨਗੇ। ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਦੇ ਤੁਸੀਂ, ਬੱਚਿਆਂ ਦਾ ਹੱਥ ਪਕੜ ਕੇ ਟ੍ਰੇਨ ਵਿੱਚ ਚੜੀ ਰਹੇ। ਨਾਲੇ ਹਾਲਾਂਕਿ ਉਹ ਟ੍ਰੇਨ ਖਲੋਣੀ ਹੈ 2-4 ਮਿੰਟ। ਪਰ 10ਵੇਂ ਪਾਤਸ਼ਾਹ ਤੋਂ ਬਲਿਹਾਰ ਜਾਈਏ, ਜਦੋਂ ਸੱਚੇ ਪਾਤਸ਼ਾਹ ਨੇ ਕਿਲਾ ਆਨੰਦਗੜ੍ਹ ਵੀ ਛੱਡਿਆ, ਉਦੋਂ ਵੀ ਆਨੰਦਪੁਰ ਸਾਹਿਬ ਛੱਡਣ ਲੱਗਿਆ ਪਰਿਵਾਰ ਨਾਲ ਨਹੀਂ ਰੱਖਿਆ। ਤੁਰਨ ਲੱਗਿਆ ਪਾਤਸ਼ਾਹ ਨੇ ਕਿਹਾ ਸੀ, ਦਇਆ ਸਿੰਘ ਕਿਲੇ ਤੋਂ ਬਾਹਰ ਜਾਣ ਦੀ ਵਿਉਂਤਬੰਦੀ ਕਰ ਲਓ। ਮਹਾਰਾਜ ਕਿਵੇਂ ਕਰਨੀ ਹੈ? ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਦਇਆ ਸਿੰਘ ਜੀ, ਜਦੋਂ ਕਿਲੇ ਦਾ ਦਰਵਾਜ਼ਾ ਖੁੱਲੇਗਾ ਸਾਡੇ ਨਾਲ ਤੁਸੀਂ ਪਿਆਰੇ ਧਰਮ ਸਿੰਘ, ਪਿਆਰੇ ਭਾਈ ਮਾਨ ਸਿੰਘ, ਭਾਈ ਉਦੈ ਸਿੰਘ, ਤੁਸੀਂ ਸਾਡੇ ਨਾਲ ਕਿਲੇ ਤੋਂ ਬਾਹਰ ਜਾਣਾ ਹੈ। ਜਦੋਂ ਦਰਵਾਜ਼ਾ ਆਨੰਦਪੁਰ ਦੇ ਕਿਲੇ ਦਾ, ਕਿਲਾ ਆਨੰਦਗੜ੍ਹ ਦਾ ਖੁੱਲੇਗਾ, ਸਭ ਤੋਂ ਪਹਿਲਾਂ ਕਿਲੇ ਤੋਂ ਬਾਹਰ ਮੈਂ ਆਵਾਂਗਾ। ਪਾਤਸ਼ਾਹ ਸਤ ਵਚਨ। ਫਿਰ ਹਜ਼ੂਰ ਨੇ ਕਿਹਾ, ਕੁਝ ਸਿੱਖਾਂ ਦਾ ਜਥਾ ਨਿਕਲੇਗਾ, ਉਸ ਤੋਂ ਬਾਅਦ ਸਿੱਖਾਂ ਦੇ ਵਿਚਕਾਰ ਇੱਕ ਗੱਡੇ ਉੱਤੇ ਮੇਰੀ ਬਿਰਧ ਮਾਤਾ, ਮਾਤਾ ਗੁਜਰੀ ਤੇ 2 ਛੋਟੇ ਸਾਹਿਬਜ਼ਾਦੇ ਹੋਣਗੇ। ਪਿੰਡਾ ਲੰਬਾ ਹੈ, ਇਹਨਾਂ ਨੂੰ ਇੱਕ ਗੱਡੇ ਉੱਤੇ ਬਿਠਾ ਦਿਓ। ਫਿਰ ਬਾਕੀ ਗੁਰੂ ਦੇ ਸਿੱਖ ਨਿਕਲਣਗੇ। ਤੇ ਪਿਆਰੇ ਧਰਮ ਸਿੰਘ ਜੀ ਨੇ ਪੁੱਛਿਆ, ਮਹਾਰਾਜ ਵੱਡੇ ਸਾਹਿਬਜ਼ਾਦੇ? ਕਲਗੀਧਰ ਪਾਤਸ਼ਾਹ ਨੇ ਕਿਹਾ, ਜਦੋਂ ਕਿਲੇ ਵਿੱਚੋਂ ਸਾਰੇ ਹੀ ਨਿਕਲ ਜਾਣਗੇ, ਸਭ ਤੋਂ ਪਿੱਛੇ ਮੇਰੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਹੋਣਗੇ। ਬੇਟਾ ਅਜੀਤ ਸਿੰਘ ਤੇ ਜੁਝਾਰ ਸਿੰਘ, ਤੁਸੀਂ ਸਭ ਤੋਂ ਪਿੱਛੋਂ ਨਿਕਲਣਾ। ਤੇ ਪਿਆਰੇ ਦਇਆ ਸਿੰਘ ਨੇ ਕਿਹਾ, ਮਹਾਰਾਜ ਪਰਿਵਾਰ ਹੁਣੇ ਹੀ 3 ਹਿੱਸਿਆਂ ਵਿੱਚ ਅਲੱਗ-ਅਲੱਗ ਕਰ ਲਿਆ। ਮਹਾਰਾਜ ਵਿਫਤਾ ਵੇਲੇ ਲੋਕ ਬੱਚਿਆਂ ਨੂੰ ਨਾਲ ਰੱਖਦੇ ਨੇ, ਤੂੰ ਕਿਲਾ ਛੱਡਣ ਲੱਗਿਆ ਅਲੱਗ-ਅਲੱਗ ਕਿਉਂ? 10ਵੇਂ ਪਾਤਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ ਸੀ। ਕਹਿੰਦੇ, ਦਇਆ ਸਿੰਘ ਮੈਂ ਕਿਲਾ ਛੱਡਣ ਦਾ ਫੈਸਲਾ ਲਿਆ, ਪੂਰੀ ਜ਼ਿੰਮੇਵਾਰੀ ਨਾਲ ਫੈਸਲਾ ਲਿਆ। ਮੈਂ ਤੁਹਾਡਾ ਹੁਕਮ ਮੰਨ ਕੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗਾ, ਪਰ ਜ਼ਿੰਮੇਵਾਰੀ ਮੇਰੀ ਹੈ। ਕਿਤੇ ਦੁਨੀਆ ਇਹ ਨਾ ਕਵੇ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਨੂੰ ਸਿੱਖਾਂ ਦੀ ਛਾਂ 'ਚ ਬਚਾ ਕੇ ਲੈ ਗਿਆ। ਜਦੋਂ ਕਿਲਾ ਆਨੰਦਗੜ੍ਹ ਦਾ ਦਰਵਾਜ਼ਾ ਖੁੱਲੇਗਾ, ਸਭ ਤੋਂ ਮੋਹਰੇ ਕਿਲੇ ਤੋਂ ਬਾਹਰ ਮੈਂ ਇਸ ਲਈ ਆਉਣਾ, ਜੇ ਦੁਸ਼ਮਣ ਨੇ ਧੋਖਾ ਕਰਕੇ ਮੋਹਰਿਓਂ ਹਮਲਾ ਕੀਤਾ, ਪਹਿਲੀ ਗੋਲੀ, ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿੱਚ ਵੱਜੇਗਾ। ਇਹ ਨਾ ਹੋਵੇ ਮੈਂ ਕਿਲੇ ਤੋਂ ਬਾਹਰ ਕੱਢਾਂ, ਦੁਸ਼ਮਣ ਹੱਲਾ ਬੋਲਦਾ, ਮੈਂ ਪਹਿਲਾਂ ਸਿੱਖ ਨਹੀਂ ਮਰਵਾਉਣਾ ਚਾਹੁੰਦਾ, ਪਹਿਲਾਂ ਖੁਦ ਮੋਹਰੇ ਹੋਵਾਂਗਾ। ਔਰ ਪਾਤਸ਼ਾਹ ਨੇ ਕਿਹਾ, ਸਭ ਤੋਂ ਪਿੱਛੇ ਆਪਣੇ ਪੁੱਤਰ, ਪਤਾ ਕਿਉਂ?
किला आनंदगढ़ छड्डण तो बाद हो सकता है दुश्मन की फौज पिछों हमला करे तो पहले तीर पहला मुकाबला मेरे पुत्रा नाल होवे। मैं सिखां दी शान विच अपना परिवार बचा के नहीं लेके जावांगा। और साध संगत उहियो कुछ होया। किला छड्डिया 3.5 मील के करीब अजे परिवार निकलिया, सिखां दे मगर ही दुश्मन ने हल्ला बोलता। सब तो पहला बाबा अजीत सिंह, बाबा जुझार सिंह, बाबा जीवन सिंह, भाई उदय सिंह, ये साध संगत पिछल खुरियां 3 तो 4 मील पिछे तक फौज नाल लड़ते रहे। सरसा नदी के कंढे तक दुश्मन नूं रोकते रहे तो साहिबजादा अजीत सिंह रोकते रहे, क्योंकि पिछे गुरु गोबिंद सिंह महाराज ने अपने पुत्रां नूं लाया। कलगीधर पातशाह नूं दया सिंह कहंदा, पातशाह तू तो किला छड्डण लगे ही परिवार अलग अलग कर लिया, उदों भी साडी कोई बेनती मन्नी नहीं। गढ़ी चमकौर विच कहा पुत्रां नूं बचा लो, उदों भी तुसीं मैदाने जंग विच भेज दिता। हुण मैं कफन पाउण नूं कहने, तुसीं कफन पाउण लई तैयार नहीं। हुण कहंदे हो मैं सिखां ते पुत्तां 'च फर्क नहीं कर सकदा। कलगियां वालिया किहड़ी गल पिछे लगा? तैनूं पुत्तां दा कोई दर्द नहीं है? पुत्तां दी पीड़ तां पंछियां तो भी झल्ली नहीं जांदी। दाते तू किवें झल रहा है? 2 पुत्तां दीयां लाशां कोलों ऐ लंघ चले, बिना कफन पाया ऐ तुर गया जिवें कुछ भी ना होया होवे। जिहड़ी गल दया सिंह जी ने कही उहनूं चरण सिंह सफरी साहब ने लिखिया। कहंदे प्यारे दया सिंह बोले कि हो गया ए तैनू दाता। हे गुरु गोबिंद सिंह महाराज की हो गया तुहानूं? तुसीं क्यों इस गल ते बजिद हो गए हो? मैं पुत्तां ते कफन भी नहीं पाउणा, मैं पुत्तां दीयां लाशां भी नहीं ढकणीਆਂ, मैं पुत्तां ते सिखां 'च फर्क नहीं कर सकदा। हे गुरु गोबिंद सिंह महाराज किहड़ी गल पिछे लग गए कि हो गया ए तैनू दाता? पिछे पिया केड़ी गल दे, पुत्रां दी पीड़ तां पखेरू भी नहीं चल दे। पुत्तां दी पीड़ तां पंछियां तो भी नहीं चली जाती, तू एडा दर्द किवें चल गया? कि हो गया ए तैनू दाता? पिछे पियों केड़ी गल दे, पुत्रां दी पीड़ तां पखेरू भी नहीं चल दे। धन श्री गुरु गोबिंद सिंह महाराज अगां तुर पे। प्यारे दया सिंह ने एक गल होर कह दी, दाता गरीब तो गरीब लोग दुनिया च रहिंदे ने। अज तक किसी दी औलाद बिना कफन तो दुनिया तो कोई बंदा नहीं गया। तू दीन दुनी दा पातशाह, तेरे पुत्तां नूं कफन भी अज नसीब नहीं। दाते है कैसा भाना वरताया। जिहड़ी गल प्यारे दया सिंह जी ने कही वो किसी भी प्यो दे दिल ते टक पा सकदी सी। दया सिंह बोले कहंदे गरीब तो गरीब मापे, गरीब तो गरीब मापे, जग विच पे ने कफनों बगैर दस किदे पुत गए ने। गरीब तो गरीब मापे। श्री गुरु गोबिंद सिंह महाराज तमी पुत्तां उत्ते कफन नहीं पाया। इन्नी गल कह के हजूर अगां तुर पे। बड़े जिगरे नाल कलगीधर पातशाह ने कहा रहण दे दया सिंह, शहीदां दियां लाशां कफनां दियां मुताज नहीं हुंदियां। मेरे पुत्तां नूं कफन दी जरूरत नहीं, शहीदां दियां लाशां कफनां दियां मुताज नहीं हुंदियां। धन श्री गुरु गोबिंद सिंह महाराज चमकौर दी गढ़ी नूं एक सुनेहा दे के अगां तुर पे। गढ़ीए वेख लै हसदा जा रहा हां, कह दे समय नूं मत्थे नहीं वट मेरे, रोक सके नहीं मेरी मुस्कान ताई, लगे जिगर दे विच जो फट मेरे, तेरी हिक ते अजीत जुझार सौ गए, पुत्र सोल जो रेशमी पट मेरे। कफन पाया नहीं इन्हां ते इस करके क्योंकि सिंह नहीं इन्हां तो कट मेरे। और ताइयों वो मुसलमान विद्वान लिखदा कहंदा हाशा किसी मुर्शिद में ऐसा असियार नहीं है
किसी पीर में ऐसा ज़िनहार नहीं है जिन्ना प्यार गुरु गोबिंद सिंह ने अपने सिखां नूं कीता है। इन्ना प्यार दुनिया दा कोई पीर अपने मुरीद नूं कर नहीं सकिया। श्री गुरु गोबिंद सिंह महाराज ने अपने सिखां नूं इन्ना प्यार कीता है। साध संगत सुनियो हुण कलगीधर पातशाह दा एक बहुत प्यारा सिख होया है जिन्हों भाई बचित्र सिंह कहंदे ने। आनंदपुर साहब की धरती ते जदों पहाड़ियां दे हाथी नाल लड़न वाला जिन्हों गुरु ने कहा साडे कोल भी हाथी है दुनी चंद वर्गे, आपे पहाड़ियां दे हाथी नाल कल मुकाबला करांगे। अद्धी रात नूं दुनी चंद भज गया, किले दी कंध टप गए। साध संगत वो किले दी कंध टप्पण लग्या लत टुटी, माझे पहुंच गया। घर बैठे ओनू कमरे में सप लड़ गया, मूसा भज्या मौत तो अगे मौत खली, गुरु तो बेमुख होके मर गया। बाद विच इतिहास आउंदा है ओदे पोतियां ने अपने दादे दी बेमुखी दा दाग धोया, जिहड़ा गुरु नाल धोखा कीता। ओदे पोते दोवें भाई रूप सिंह भाई स्वरूप सिंह मुक्तसर साहब दी जंग च शहीद होए। खैर जदों सवेरे खबर मिली महाराज तुहाडा हाथी तां भज गया, जिन्हों दुनी चंद नूं हाथी कहिंदे सी। कलगीधर पातशाह ने कहा फिर की हो गया, हाथी ना हाथी लड़ाउणा सी वो भज गया, हुण हाथी दा मुकाबला साडा चीता करेगा। कहंदे महाराज चीता किहड़ा है? 4.5 पौने 5 फुट दा कद है भाई बचित्र सिंह, कोई बहुत उच्ची बड़ी हाइट नहीं है, शरीर बिल्कुल मदरा जहा शरीर है। 4.5 पौने 5 फुट का करीब कद है, पर फुर्तीला बड़ा है। पातशाह ने कहा चित्ता लड़ेगा साडा। महाराज कौन? कहंदे भाई बचित्र सिंह। कलगीधर पातशाह ने नागणी बख्शिश की। अज वो नागणी तखत श्री केसगढ़ साहब तुसीं दर्शन करदे हो, ओदे नाल उस हाथी नूं मारिया। जदों पातशाह नाल किला आनंदगढ़ छड्डिया ते साध संगत सरसा नदी पार कीती। श्री गुरु गोबिंद सिंह महाराज ने सरसा नदी के कंढे भी नितनेम पूरा किया है। पार करके सिखा पूछया महाराज जे उत्थे ना बहिंदे 2 घड़ियां दुश्मन सिर ते नहीं सी आउणा, अपना बहुत कुछ बच जाना सी। कलगीधर पातशाह ने कहा दया सिंह बहुत कुछ बच जाना सी, बहुत कुछ रुड़ जाना सी। महाराज की सच्चे पातशाह ने कहा उस वक्त जपजी का जाप करना जरूर था, गुरु ग्रंथ की वाणी से भरना सरूर था। उस वक्त जपजी साहब करना नितनेम जरूरी सी। क्यों? जे मैं दुख वेले नितनेम छड़ दिंदा सिखां ने सुख विच भी नहीं सी करना। माफ करियो अज घर च ब्याह होवे 2-3 दिन इदां ही लंघ जांदे जी, नितनेम ही नहीं होया, घर च ब्याह सीगा। गुरु ने दुख वेले भी नितनेम नहीं छड्डिया। उस वक्त जपजी का जाप करना जरूर था, गुरु ग्रंथ की वाणी से भरना सरूर था। सरसा पार की गिनती दे सिख बचे, पर हैरानी दी हद ना रही। अजे ठंडे पानी नाल शरीर ठुर ठुर करदा है, क्योंकि जदों नदी चों लंघो कपड़े गिले होण फिर इन्हां दिनां विच हवा वगदी ठंड होर लगदी है। शरीर कंब रहे सन, पर बड़ी वड्डी हैरानगी हुई। रोपड़ दे रंगड़ा ने हल्ला बोल दिता। सरसा पार करके बड़े कमसान दी जंग मची। इत्थे गुरु के सिखां ने पूरे जोश नाल जाना हूल के जंग की, और साध संगत 3.5-4 घड़ियां दे विच विच पौने घंटे दे अंदर अंदर रोपड़ दे रंगड़ा दे सत्थर बिछा दिते। पर इस जंग विच गुरु दा अनमोल हीरा वो प्यारा सिख भाई बचित्र सिंह इन्ने को फट लग गए कि शरीर बल ना चले, मुरशद हो गया, लहू बहुत वग चुका सी। ते सिखां ने कहा पातशाह भाई बचित्र सिंह तो उठिया नहीं जाता। हजूर ने कहा चुक के मेरे घोड़े ते बिठाओ। भाई बचित्र सिंह नूं 2-3 सिखां ने चुक के पातशाह दे घोड़े ते बिठाया। हजूर ने एक लंबे साफे नाल उहनूं अपने पेट नाल बन लिया। पातशाह उस नदी तो पार लंघ गए। अज जिथे गुरुद्वारा भट्ठा साहब है उस जगह ते लग गया। सारे सिखां नूं कहा अग सिको कपड़े सुकाओ। भाई बचित्र सिंह दे शरीर चों बहुत खून बह चुका सी, शरीर मुरशद हो रहा है।
ਫੱਟ ਇੰਨੇ ਲੱਗੇ ਸਨ, ਇਲਾਜ ਕਰਨਾ ਸੰਭਵ ਨਹੀਂ ਸੀ। ਹਜ਼ੂਰ ਸੱਚੇ ਪਾਤਸ਼ਾਹ ਉਸ ਸਾਫੇ ਨੂੰ ਭੱਠੇ ਦੇ ਕੋਲ ਗਰਮ ਕਰਕੇ ਭਾਈ ਬਚਿੱਤਰ ਸਿੰਘ ਨੂੰ ਸੇਕ ਦਿੰਦੇ ਰਹੇ। ਇੰਨੇ ਨੂੰ ਭੱਠੇ ਦਾ ਮਾਲਕ ਚੌਧਰੀ ਨਿਹੰਗ ਖਾਨ ਚੌਧਰੀ ਪਹੁੰਚਦਾ, ਉਹਨੇ ਪਾਤਸ਼ਾਹ ਨੂੰ ਅਦਬ ਸਤਿਕਾਰ ਸਹਿਤ ਨਮਸਕਾਰ ਕੀਤੀ। ਮਹਾਰਾਜ ਮੈਂ ਕਦੋਂ ਦੀਆਂ ਫਰਿਆਦਾਂ ਕਰਦਾ ਸੀ, ਜਦੋਂ ਮਹਾਰਾਜਾ ਭੱਠਾ ਮੈਂ ਸ਼ੁਰੂ ਕੀਤਾ ਨਾ, ਮੇਰੇ ਮਨ ਦੀ ਇੱਛਾ ਸੀ ਇਸ ਭੱਠੇ ਨੂੰ ਅੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਣ, ਇਸ ਭੱਠੇ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਨ, ਪਰ ਪਾਤਸ਼ਾਹ ਜੰਗਾਂ ਜੁੱਧਾਂ ਕਰਕੇ ਤੁਸੀਂ ਆਏ ਨਹੀਂ। हे ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੁਸੀਂ ਚਰਨ ਪਾਏ ਨੇ। ਕਲਗੀਧਰ ਪਾਤਸ਼ਾਹ ਨੇ ਕਿਹਾ ਚੌਧਰੀ ਨਿਹੰਗ ਖਾਂ ਹੁਣ ਤੇਰਾ ਭੱਠਾ ਵੀ ਦੁਨੀਆ ਵਿੱਚ ਅਮਰ ਹੋ ਜਾਏਗਾ। ਦੁਨੀਆ 'ਚ ਭੱਠੇ ਬਹੁਤ ਨੇ, ਉਹਨਾਂ ਭੱਠਿਆਂ ਤੋਂ ਬਣੀਆਂ ਇੱਟਾਂ ਦੇ ਮਹਿਲ ਵੀ ਗਰਕ ਜਾਂਦੇ ਨੇ, ਵਕਤ ਪਾ ਕੇ ਕਿਲੇ ਵੀ ਢਹਿ ਢੇਰੀ ਹੋ ਜਾਂਦੇ ਨੇ, ਪਰ ਜਾ ਚੌਧਰੀ ਨਿਹੰਗ ਖਾਂ ਤੇਰਾ ਭੱਠਾ ਅਮਰ ਰਹੇਗਾ। ਯਾਦ ਰੱਖਿਓ ਦੁਨੀਆ ਵਿੱਚ ਇੱਕੋ ਇੱਕ ਭੱਠਾ ਹੈ ਜਿਹਨੂੰ ਭੱਠਾ ਸਾਹਿਬ ਕਰਕੇ ਆਪਾਂ ਮੱਥਾ ਟੇਕੀਦਾ। ਪਤਾ ਕਿਉਂ? ਉੱਥੇ ਮੇਰੇ ਸਾਹਿਬ ਦੇ ਚਰਨ ਪਏ ਨੇ। ਚੌਧਰੀ ਨਿਹੰਗ ਖਾਨ ਨੇ ਹੱਥ ਜੋੜ ਕੇ ਮਹਾਰਾਜ ਇੱਥੇ ਨਾ ਬੈਠੋ, ਮੇਰੇ ਘਰ ਚੱਲੋ, ਮੈਂ ਭੋਜਨ ਪ੍ਰਸ਼ਾਦੇ ਦੀ ਸੇਵਾ ਕਰਾਂਗਾ। ਮਹਾਰਾਜ ਘਰ ਵਿੱਚ ਚਰਨ ਪਾਓ। 10ਵੇਂ ਪਾਤਸ਼ਾਹ ਨੇ ਬਚਨ ਕਹਿ ਚੌਧਰੀ ਨਿਹੰਗ ਖਾਨ ਅਸੀਂ ਤੈਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ, ਜਾ ਤੇਰੀ ਸੇਵਾ ਪ੍ਰਵਾਨ ਹੈ, ਪਰ ਸਾਡਾ ਇੱਕ ਸਿੱਖ ਹੈ ਭਾਈ ਬਚਿੱਤਰ ਸਿੰਘ, ਇਹਦੇ ਸਰੀਰ ਵਿੱਚ ਅੱਗੇ ਜਾਣ ਦਾ ਬਲ ਨਹੀਂ ਹੈ, ਸਰੀਰ ਕਮਜ਼ੋਰ ਪੈ ਕੇ ਲਹੂ ਨਿਕਲ ਕੇ ਬੇਹੋਸ਼ੀ ਵੱਲ ਜਾ ਰਿਹਾ ਹੈ। ਜਿੰਨੀ ਦੇਰ ਸਾਹ ਚੱਲਦੇ ਨੇ ਇਹਦੀ ਲਾਸ਼ ਇਹਦਾ ਸਰੀਰ ਤੇਰੇ ਘਰ ਰਹੇਗਾ, ਇਹਦੀ ਸੇਵਾ ਕਰੀ ਜਾਈ। ਭਾਈ ਬਚਿੱਤਰ ਸਿੰਘ ਦੀ ਸੇਵਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਹੋਏਗੀ। ਪਾਤਸ਼ਾਹ ਨੇ ਸਿੱਖਾਂ ਨੂੰ ਕੱਲਿਆ, ਬਹੁਤ ਘਾਇਲ ਹਾਲਤ ਵਿੱਚ, ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਚੌਧਰੀ ਨਿਹੰਗ ਖਾਨ ਦੀ ਹਵੇਲੀ ਛੱਡ ਦਿੱਤਾ। ਕਲਗੀਧਰ ਪਾਤਸ਼ਾਹ ਰੋਪੜ ਤੋਂ ਅੱਗੇ ਚਮਕੌਰ ਸਾਹਿਬ ਵੱਲ ਚੱਲ ਪਏ। ਚੌਧਰੀ ਨਿਹੰਗ ਖਾਨ ਦੀ ਸੇਵਾ ਲਾਈ, ਭਾਈ ਬਚਿੱਤਰ ਸਿੰਘ ਦੀ ਸੇਵਾ ਕਰੀ। ਉਹ ਜਿੰਨਾ ਹੋ ਸਕਿਆ ਮੱਲਮ ਪੱਟੀ ਕਰਦਾ ਰਿਹਾ, ਸੇਕ ਦਿੰਦਾ ਰਿਹਾ, ਪਰ ਸਰੀਰ ਕਮਜ਼ੋਰ ਪੈ ਰਿਹਾ ਸੀ। ਸਾਧ ਸੰਗਤ ਰਾਤ ਲੰਘੀ, ਅਗਲੀ ਸਵੇਰ ਰੋਪੜ ਵਿੱਚ ਰੌਲਾ ਪੈ ਗਿਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜ ਵਿੱਚ ਆਏ ਹੋਏ ਨੇ। ਚੌਧਰੀ ਨਿਹੰਗ ਖਾਨ ਦੇ ਭੱਠੇ ਤੋਂ ਸ਼ਾਇਦ ਚੌਧਰੀ ਦੇ ਘਰ ਚਲੇ ਗਏ ਨੇ। ਦਿਨ ਚੜਿਆ, ਚੌਧਰੀ ਨਿਹੰਗ ਖਾਨ ਦੀ ਹਵੇਲੀ ਨੂੰ ਘੇਰਾ ਪੈ ਗਿਆ। ਦਰੋਗਾ ਨੇ ਆ ਕੇ ਦਰਵਾਜ਼ਾ ਖੜਕਾਇਆ। ਚੌਧਰੀ ਨਿਹੰਗ ਖਾਨ ਨੇ ਦਰਵਾਜ਼ਾ ਖੋਲਿਆ। ਦਰੋਗਾ ਚੌਧਰੀ ਨਿਹੰਗ ਖਾਨ ਮੁਸਲਮਾਨ ਦੀ ਬੜੀ ਇੱਜ਼ਤ ਕਰਦਾ ਸੀ। ਉਹਨੇ ਚੌਧਰੀ ਨਿਹੰਗ ਖਾਨ ਨੂੰ ਕਿਹਾ ਚੌਧਰੀ ਸਾਹਿਬ ਮੈਨੂੰ ਤੁਹਾਡੀ ਹਵੇਲੀ ਦੀ ਤਲਾਸ਼ੀ ਲੈਣ ਦਾ ਸਰਕਾਰ ਵੱਲੋਂ ਹਦਾਇਤ ਆਈ ਹੈ, ਮੈਂ ਤੁਹਾਡੇ ਹਵੇਲੀ ਦੀ ਤਲਾਸ਼ੀ ਲੈਣੀ ਹੈ। ਮੈਨੂੰ ਪੱਕੀ ਪੁਖਤਾ ਖਬਰ ਮਿਲੀ ਹੈ ਗੁਰੂ ਗੋਬਿੰਦ ਸਿੰਘ ਤੁਹਾਡੇ ਘਰ ਵਿੱਚ ਲੁਕੇ ਹੋਏ ਨੇ। ਚੌਧਰੀ ਨਿਹੰਗ ਖਾਨ ਨੇ ਬੜੇ ਮਾਣ ਨਾਲ ਕਿਹਾ ਤੈਨੂੰ ਖਬਰ ਗਲਤ ਮਿਲੀ ਹੈ ਦਰੋਗਾ, ਤੈਨੂੰ ਖਬਰ ਗਲਤ ਮਿਲੀ ਹੈ। ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨਹੀਂ, ਤੇ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਮੇਰੇ ਘਰ ਨਹੀਂ ਆਏ। ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨਹੀਂ, ਤੈਨੂੰ ਖਬਰ ਗਲਤ ਮਿਲੀ ਹੈ, ਤੇ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਮੇਰੇ ਘਰ ਨਹੀਂ ਆਏ। ਉਹ ਦਰੋਗਾ ਬੋਲਿਆ, ਕਹਿੰਦਾ ਜੀ ਮੈਨੂੰ ਹਦਾਇਤ ਹੈ ਤੁਹਾਡੇ ਘਰ ਦੀ ਤਲਾਸ਼ੀ ਲੈਣ ਦੀ। ਚੌਧਰੀ ਨਿਹੰਗ ਖਾਨ ਅੰਦਰੋਂ ਡਰ ਗਿਆ। ਤਲਾਸ਼ੀ ਹੋਏਗੀ, ਭਾਈ ਬਚਿੱਤਰ ਸਿੰਘ ਜਿਉਂਦੇ ਨੇ, ਜ਼ਖਮੀ ਹਾਲਤ ਵਿੱਚ ਪਕੜੇ ਜਾਣਗੇ, ਰਹਿੰਦੀ ਦੁਨੀਆ ਤੱਕ ਮੇਰੇ ਮੱਥੇ ਤੇ ਕਲੰਕ ਰਹਿਣਾ। ਲੈ ਚੌਧਰੀ ਮੁਸਲਮਾਨ ਹੋ ਕੇ ਚੌਧਰੀ ਨਿਹੰਗ ਖਾਨ ਨੇ ਗੁਰੂ ਨਾਲ ਧੋਖਾ ਕਰ ਲਿਆ। ਗੁਰੂ ਦਾ ਸਿੱਖ ਚੌਧਰੀ ਨਿਹੰਗ ਖਾਨ ਨੇ ਆਪਣੇ ਘਰੋਂ ਪਕੜਾ ਦਿੱਤਾ। ਚੌਧਰੀ ਅੰਦਰੋਂ ਡਰਿਆ, ਪਰ ਇੱਕਦਮ ਰੱਬ ਨੇ ਸੋਝੀ ਦਿੱਤੀ। ਉਹ ਚੌਧਰੀ ਨਿਹੰਗ ਖਾਨ ਬੋਲਿਆ, ਕਹਿੰਦਾ ਦਰੋਗਾ ਸਾਹਿਬ 2 ਮਿੰਟ ਰੁਕ ਜਾਓ, ਮੈਂ ਘਰ ਦੀਆਂ ਔਰਤਾਂ ਨੂੰ ਪਾਸੇ ਕਰਾਂ, ਕਿਉਂਕਿ ਇਸਲਾਮ ਵਿੱਚ ਇਸ ਗੱਲ ਦੀ ਪਾਬੰਦੀ ਹੈ ਕੋਈ ਵੀ ਇਸਲਾਮ ਦੀ ਔਰਤ ਪਰਾਏ ਮਰਦ ਦੇ ਸਾਹਮਣੇ ਬਿਨਾਂ ਬੁਰਕੇ ਤੋਂ ਬਿਨਾਂ ਪਰਦੇ ਤੋਂ ਨਹੀਂ ਜਾਂਦੀ। ਮੈਂ ਘਰ ਦੀਆਂ ਔਰਤਾਂ ਨੂੰ ਸੱਦਾ ਦੇ ਆਵਾਂ, ਪਾਸੇ ਕਰ ਆਵਾਂ, 2 ਮਿੰਟ ਰੁਕ ਜਾਓ। ਦਰੋਗਾ ਰੁਕ ਗਿਆ। ਇੱਕਦਮ ਆ ਕੇ ਚੌਧਰੀ ਨਿਹੰਗ ਖਾਨ ਨੇ ਆਪਣੇ ਘਰ ਵਾਲੀ ਤੇ ਨੌਜਵਾਨ ਬੱਚੀ ਬੇਟੀ ਮੁਮਤਾਜ ਨਸੀਰ ਨੂੰ ਇੱਕ ਗੱਲ ਕਹੀ, ਬੇਟਾ ਮੁਮਤਾਜ ਨਸੀਰ ਅੱਜ ਤੇਰੇ ਅੱਬਾ ਜਾਨ ਦੀ ਸ਼ਾਨ ਖਤਰੇ ਵਿੱਚ ਹੈ।
ਪੁੱਤ ਧੀਆਂ ਪਿਓ ਦੇ ਪੱਗ ਦਾ ਮਾਣ ਹੁੰਦੀਆਂ ਨੇ, ਧੀਆਂ ਪਿਓ ਦੇ ਪੱਗ ਦੀ ਸ਼ਾਨ ਹੁੰਦੀਆਂ ਨੇ। ਅੱਜ ਤੇਰੇ ਪਿਓ ਦੀ ਇੱਜ਼ਤ ਸ਼ਾਨ ਖਤਰੇ ਵਿੱਚ ਹੈ। ਉਹਨੇ ਕਿਹਾ ਅੱਬਾ ਜਾਨ ਕੀ ਹੋਇਆ? ਕਹਿਣਗੇ ਹਵੇਲੀ ਨੂੰ ਘੇਰਾ ਪੈ ਗਿਆ, ਬਾਹਰ ਦਰੋਗਾ ਖੜਾ ਹੈ, ਹਵੇਲੀ ਦੀ ਤਲਾਸ਼ੀ ਹੋਏਗੀ, ਭਾਈ ਬਚਿੱਤਰ ਸਿੰਘ ਪਕੜੇ ਜਾਣਗੇ। ਜ਼ਖਮੀ ਹਾਲਤ ਵਿੱਚ ਪਕੜੇ ਗਏ ਤਾਂ ਸਾਰੀ ਉਮਰ ਲਈ ਕਲੰਕ ਰਹਿਣਾ। ਚੌਧਰੀ ਨਿਹੰਗ ਖਾਨ ਨੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਪਕੜਾ ਦਿੱਤਾ। ਤਾਂ ਉਹ ਫਿਰ ਬੇਟੀ ਮੁਮਤਾਜ਼ ਨਸੀਰ ਬੋਲੀ, ਕਹਿੰਦੀ ਅੱਬਾ ਜਾਨ ਦੱਸੋ ਕੀ ਹੁਕਮ ਹੈ? ਚੌਧਰੀ ਨਿਹੰਗ ਖਾਨ ਨੇ ਕਿਹਾ ਧੀਏ ਮੇਰਾ ਇੱਕ ਕੰਮ ਕਰ ਸਕਦੀ ਹੈ, ਸ਼ਾਇਦ ਅੱਜ ਤੇਰੇ ਅੱਬਾ ਦੀ ਇੱਜ਼ਤ ਬਚ ਜਾਏ, ਮੇਰਾ ਇੱਕ ਕੰਮ ਕਰ ਦੇ। ਉਹ ਬੇਟੀ ਨੇ ਕਿਹਾ ਅੱਬਾ ਜਾਨ ਦੱਸੋ ਗੱਲ ਕੀ? ਕਹਿਣਗੇ ਬੇਟਾ ਜਿਹੜੇ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਮੁਰਸ਼ਿਦ ਪਏ ਨੇ, ਜਾ ਮੇਰੀ ਧੀਏ ਉਸ ਕਮਰੇ ਵਿੱਚ ਜਾ ਕੇ ਬਹਿ ਜਾ, ਅੰਦਰੋਂ ਦਰਵਾਜ਼ਾ ਬੰਦ ਰੱਖੀ। ਜਦੋਂ ਪੂਰੀ ਹਵੇਲੀ ਦੀ ਤਲਾਸ਼ੀ ਹੋਏਗੀ ਤੇ ਜੇ ਦਰੋਗਾ ਨੇ ਆਵਾਜ਼ ਦੇ ਕੇ ਪੁੱਛਿਆ ਇੱਥੇ ਕੌਣ ਹੈ, ਮੈਂ ਇੰਨਾ ਕੁ ਝੂਠ ਬੋਲਾਂਗਾ, ਇਸ ਕਮਰੇ ਵਿੱਚ ਮੇਰੇ ਦਾਮਾਦ ਤੇ ਮੇਰੀ ਬੇਟੀ ਹੈ, ਅੰਦਰੋਂ ਤੂੰ ਜੇ ਪੁੱਛਿਆ ਤੇ ਕਹਿ ਦੇਈਂ ਮੈਂ ਤੇ ਮੇਰੇ ਸ਼ੌਹਰ ਨੇ। ਇੱਕਦਮ ਭੱਜ ਕੇ ਬੇਟੀ ਮੁਮਤਾਜ਼ ਸ਼ਰੀਫ ਜਿਹੜੀ ਸੀ ਨਸੀਰ ਚਲੀ ਗਈ ਉਸ ਕਮਰੇ 'ਚ, ਦਰਵਾਜ਼ਾ ਬੰਦ। ਉਸੇ ਵਕਤ ਪੂਰੀ ਹਵੇਲੀ ਦੀ ਤਲਾਸ਼ੀ ਸ਼ੁਰੂ ਹੋ ਗਈ। ਇਤਿਹਾਸ ਕਹਿੰਦਾ ਸਾਰੀ ਹਵੇਲੀ ਦੀ ਤਲਾਸ਼ੀ ਹੋਈ, ਚੌਧਰੀ ਨਿਹੰਗ ਖਾਨ ਦੇ ਘਰੋਂ ਕੋਈ ਸਿੱਖ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਨਿਸ਼ਾਨੀ ਨਾ ਮਿਲੀ। ਇੱਕ ਕਮਰਾ ਬੰਦ ਸੀ। ਦਰੋਗਾ ਪੁੱਛਦਾ ਚੌਧਰੀ ਸਾਹਿਬ ਇਸ ਕਮਰੇ ਵਿੱਚ ਕੌਣ ਹੈ? ਉਹਨੇ ਕਿਹਾ ਜੀ ਮੇਰੀ ਬੇਟੀ ਤੇ ਦਾਮਾਦ ਆਏ ਹੋਏ ਨੇ, ਮੈਂ ਇਹ ਗੁਸਤਾਖੀ ਨਹੀਂ ਕਰ ਸਕਦਾ ਉਹਨਾਂ ਦਾ ਕਮਰਾ ਇਸ ਤਰ੍ਹਾਂ ਦਰਵਾਜ਼ਾ ਖੜਕਾਵਾਂ। ਤੇ ਚੌਧਰੀ ਕਹਿੰਦਾ ਤਸੱਲੀ ਵਾਸਤੇ ਮੈਂ ਪੁੱਛਣਾ ਚਾਹੁੰਦਾ। ਉਹਨੇ ਦਰਵਾਜ਼ਾ ਖੜਕਾ ਕੇ ਅੰਦਰੋਂ ਪੁੱਛਿਆ ਭਈ ਕੌਣ ਹੈ ਅੰਦਰ? ਤਾਂ ਚੌਧਰੀ ਨਿਹੰਗ ਖਾਨ ਦੀ ਧੀ ਮੁਮਤਾਜ਼ ਨਸੀਰ ਨੇ ਇਹ ਗੱਲ ਕਹੀ, ਕਹਿੰਦੀ ਮੈਂ ਤੇ ਮੇਰੇ ਸ਼ੌਹਰ ਹਨ। ਬਸ ਇੰਨੀ ਗੱਲ ਸੁਣਨ ਦੀ ਦੇਰ ਸੀ, ਉਹਦਾ ਰੋਗਾ ਹਵੇਲੀ ਚੋਂ ਬਾਹਰ ਚਲਾ ਗਿਆ। ਕਿਉਂ ਚਲਾ ਗਿਆ ਇਹ ਗੱਲ ਹੁਣ ਸੁਣੋ। ਮੁਸਲਮਾਨਾਂ ਵਿੱਚ ਈਮਾਨ ਇਸ ਗੱਲ ਦਾ ਮੰਨਿਆ ਜਾਂਦਾ ਹੈ, ਜਦੋਂ ਕਿਸੇ ਲੜਕੀ ਦਾ ਨਿਕਾਹ ਹੁੰਦਾ ਹੈ, ਤੁਸੀਂ ਵੇਖਿਆ ਵੀ ਹੋਣਾ, ਉੱਥੇ ਸਾਧ ਸੰਗਤ 3 ਵਾਰ ਪਰਦੇ ਵਿੱਚ ਬਿਠਾ ਕੇ ਬਸ 3 ਵਾਰ ਉਹ ਮੌਲਵੀ ਇਮਾਮ ਕਾਜ਼ੀ ਪੁੱਛਦਾ ਹੈ ਨਿਕਾਹ ਕਬੂਲ ਹੈ? ਜੇ ਉਹ ਲੜਕੀ 3 ਵਾਰ ਕਹਿੰਦਾ ਨਿਕਾਹ ਕਬੂਲ ਹੈ, ਕਬੂਲ ਹੈ, ਨਿਕਾਹ ਕਬੂਲ ਹੈ, ਉਹਨੂੰ ਉਸੇ ਵਕਤ ਹਸਤਾਖਰ ਕਰਕੇ ਵਿਆਹ ਮੰਨਿਆ ਜਾਂਦਾ ਹੈ। ਈਮਾਨ ਵਿੱਚ ਪੱਕੇ ਨੇ, ਜ਼ੁਬਾਨ ਤੋਂ 3 ਵਾਰ ਕਹਿੰਦਾ ਨਿਕਾਹ ਕਬੂਲ ਹੈ ਤੇ ਨਿਕਾਹ ਪੱਕਾ ਮੰਨਿਆ ਜਾਂਦਾ ਹੈ। ਮੈਨੂੰ ਮਾਫ ਕਰਿਓ ਸਿੱਖੋ, ਗੁਰੂ ਗ੍ਰੰਥ ਸਾਹਿਬ ਦਾ ਡਰ ਹੋਣਾ ਚਾਹੀਦਾ। ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਲਾਵਾਂ ਲੈ ਕੇ ਵੀ ਲੋਕ ਮੁੱਕਰ ਜਾਂਦੇ ਨੇ। ਅਸੀਂ ਕਿੰਨੇ ਸਵਾਰਥੀ ਹੋ ਗਏ, ਸਾਡੇ ਅੰਦਰ ਇੰਨੀ ਦ੍ਰਿੜਤਾ ਵਿਸ਼ਵਾਸ ਭੈ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਆਹ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਿਕਾਹ ਵਿਆਹ ਸ਼ਾਦੀ ਹੋਈ ਹੈ। ਤੁਹਾਨੂੰ ਪਾਬੰਦ ਰਹਿਣਾ ਚਾਹੀਦਾ, ਡਰ ਰੱਖਣਾ ਚਾਹੀਦਾ। ਜਿਹੜਾ ਸਿੱਖ ਭੈ ਭਾਵਨੀ ਨਾਲ ਰਹਿੰਦਾ, ਗੁਰੂ ਸੱਚਮੁੱਚ ਉਹਦੇ ਅੰਗ ਸੰਗ ਰਹਿੰਦਾ। ਜਦੋਂ ਚੌਧਰੀ ਨਿਹੰਗ ਖਾਨ ਦੀ ਹਵੇਲੀ ਚੋਂ ਉਹਦਾ ਰੋਗਾ ਚਲਾ ਗਿਆ ਨਾ, ਦਰਵਾਜ਼ਾ ਖੁੱਲਿਆ ਤੇ ਚੌਧਰੀ ਨਿਹੰਗ ਖਾਨ ਬਹੁਤ ਖੁਸ਼ ਹੋਇਆ, ਚਲੋ ਮੇਰੀ ਲਾਜ ਬਚ ਗਈ। ਕੱਲ ਨੂੰ ਲੋਕੀ ਇਹ ਤੇ ਨਹੀਂ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੂੰ ਪਕੜਾ ਦਿੱਤਾ ਸੀ ਚੌਧਰੀ ਨੇ। ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵਾ ਦੇ ਕੇ ਗਏ ਨੇ, ਮੇਰੀ ਸੇਵਾ ਨਿਭ ਜਾਏ। ਉਹਨੇ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ। ਸ਼ਾਮਾਂ ਤੱਕ ਭਾਈ ਬਚਿੱਤਰ ਸਿੰਘ ਦੀ ਮੱਲਮ ਪੱਟੀ ਕਰਦੇ ਰਹੇ। ਜ਼ਖਮਾਂ ਦੀ ਤਾਬ ਨਾ ਚੱਲਦਿਆਂ ਭਾਈ ਬਚਿੱਤਰ ਸਿੰਘ ਸ਼ਾਮ ਨੂੰ ਸੂਰਜ ਢਲਿਆ ਸ਼ਹਾਦਤ ਦਾ ਜਾਮ ਪੀ ਗਏ। ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਪਹੁੰਚਦੇ ਨੇ, ਉਧਰ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ। ਸਵਾਸ ਪੂਰੇ ਹੋ ਗਏ, ਹੁਣ ਸੰਸਕਾਰ ਨਹੀਂ ਸੀ ਕੀਤਾ ਜਾ ਸਕਦਾ, ਕਿਉਂਕਿ ਮੁਸਲਮਾਨ ਹੋ ਕੇ ਸੰਸਕਾਰ ਕਰੇ ਤਾਂ ਰੌਲਾ ਪੈਣੇ ਪੈਣਾ। ਉਹਨੇ ਆਪਣੇ ਘਰ ਹਵੇਲੀ ਦੇ ਅੰਦਰ ਕਬਰ ਪੱਟੀ, ਭਾਈ ਬਚਿੱਤਰ ਸਿੰਘ ਦਾ ਸਰੀਰ ਦਫਨਾ ਦਿੱਤਾ, ਚਾਦਰ ਕੱਪੜਾ ਪਾ ਕੇ ਸਰੀਰ ਦਫਨਾਇਆ। ਤੇ ਜਦੋਂ ਉਹਨੂੰ ਸਰੀਰ ਦਫਨਾ ਕੇ ਉੱਪਰ ਕੱਪੜਾ ਪਾ ਕੇ ਮਿੱਟੀ ਪਾਈ, ਕਬਰ ਬਣਾਈ, ਉੱਥੇ ਫਿਰ ਚੌਧਰੀ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਨਸੀਰ ਨੇ ਇੱਕ ਗੱਲ ਕਹੀ, ਅੱਬਾ ਜਾਨ ਜੋ ਤੁਸੀਂ ਕਿਹਾ ਸੀ ਮੈਂ ਉਸ ਵੇਲੇ ਕਰ ਦਿੱਤਾ, ਪਰ ਜੋ ਹੁਣ ਮੈਂ ਕਹਾਂ ਉਹ ਤੁਹਾਨੂੰ ਕਰਨਾ ਪੈਣਾ। ਚੌਧਰੀ ਨਿਹੰਗ ਖਾਨ ਬੋਲਿਆ, ਬੇਟਾ ਦੱਸ ਕੀ ਕਹਿਣਾ ਹੈ?
पुत्र जो तू कवे धीए मैं वो करांगा, तू अपने प्यो की लाज रखी है, हुण दस पुत तू की कहना है। बेटी मुमताज ने एक गल कही, अब्बा जान जो तुसी कहा मैं वो कर दिता है, जो हुण मैं कवां वो तुहानू मनना पैना है। मैं तुहाडे कहण ते अपनी जुबान तो कह दिता, मैं ते मेरे शौहर हन, अज तो बाद अब्बा जान मैनू निकाह कराउण वास्ते ना कहो, मैं भाई बचित्र सिंह शहीद दी पत्नी अखवावांगी। ओहदे प्यो दी धा निकल गई, धीए इन्नी उम्र किवें कढेंगे? उन्हें कहा मैनू निकाह कराउण लई ना कहो, मैं भाई बचित्र सिंह शहीद दी पत्नी अखवावांगी। मैं जुबान तो कहा मैं ते मेरे शौहर हन, हुण मैं इस जुबान तो मुकर नहीं सकती। इस जुबान नाल अल्लाह ताला दियां कलामां पढ़ियां ने, इस जुबान नाल नवाज पढ़ी है। मैं जे एक बार कह दिता मेरे शौहर ने, अब्बा जान हुण मेरा निकाह ना किते करी। प्यो बेबस हो गया। एक खबर साध संगत 10वें पातशाह नूं ना दीने कांगड़ मिली, और धन श्री गुरु गोबिंद सिंह महाराज ने उथों एक हुक्मनामा लिख के चौधरी निहंग खान दी बेटी दे नाम घल्लिया। नाल पातशाह ने अपना एक खंजर दिता, और पातशाह ने हुक्मनामे विच लिखिया सी, बेटी मुमताज चौधरी निहंग खान तुसी मेरे सिख नूं मेरा रूप समझ के सेवा कीती है। ते थल्ले लिखिया सी, बेटी मुमताज अकाल पुरख ने मैनू 4 पुत्र बख्शे सन, मेरी तीबर इच्छा रही अकाल पुरख मैनू एक धी भी बख्शे, पर अकाल पुरख ने सिर्फ 4 पुत्र बख्शे। अज मैनू खुशी है, मैनू 4 पुत्रां दे नाल नाल एक धी मुमताज भी मिल गई है। इन्ना मान गुरु गोबिंद सिंह महाराज। पातशाह ने कहा, बेटा जदों भी दीदार करने होण अमृत वेले उठ के इस खंजर दे दीदार करी, गुरु गोबिंद सिंह तेरे अंग संग तैनू दर्शन देणगे। वो उन्हां दे परिवार कोल खंजर रहा, हुक्मनामा भी कोल रहा। 1947 में जदों हिंदुस्तान पाकिस्तान की वंड हुई, रोपड़ के इलाके में जेड़े मुसलमान रंगड़ा ने हाथ खड़े करके कहा असी चौधरी निहंग खान दी अंश-वंश, पंजाबी सिखां ने जान ते खेड के उन्होंने अमृतसर कैंप तक पहुंचाया। किसी बंदे की इज्जत आबरू जानी माली नुकसान नहीं होने दिता। क्यों? गुरु ने लिख के दिता सी, मेरा खालसा सदा इनका ऋणी रहेगा, क्योंकि उन्हीं सेवा की है। सारी उम्र उस लड़की ने, बेटी मुमताज ने शहीद बचित्र सिंह की पत्नी अखवा के उम्र गुजारी है। साध संगत इन्नी वड्डी दृढ़ता। भाई गुरदास साहब जी एक कवित लिखते ने, दुनिया च लखां बंदे लखां औरतां जन्म लैंदियां ने, उम्र भोग के मर जाते हैं लोग, पर जेड़े लोग दुनिया तिरकारता वाले कर्म करके मरते हैं उन्होंने लोग त्रिग त्रिग कहते हैं। जेड़ियां माइयां जत ते सत विच उम्र गुजार के धर्म नाल मरदियां ने उन्होंने लोग जय जयकार कहते हैं। भाई गुरदास जी लिखते, अंत काल निग्रह के चोर मरे, त्रिग त्रिग कहत है सगल संसार जी। अंत काल निग्रह के सती होए, जय जय करत है सगल संसार जी। कोई धर्म ते जत सत ते पक्का रह के जावे, रहिंदी दुनिया तक लोग उन्हां बीबियां नूं जय जयकार करते हैं। इत्ते चलो 300 साल तो वध समय की गल हो गई ना। तुहानूं मैं 30-35 साल की गल सुणावां। इस तरह दीयां घटनावां इतिहास तो सिख के अगे वरतदियां रहिंदियां ने। इतिहास अपने आप अगे इतिहास नूं जन्म दिंदा है, पर शर्त है इतिहास सच्चा होवे तो वह इतिहास अगे अपने आप वधदा है। उस इतिहास नूं इतिहास होर अगे जन्म दिंदा है। 1984 में श्री अकाल तख्त साहब ते अटैक होया, तुहाडे जो बहुतियां ने हालात वेखे। उस तो बाद श्री अकाल तख्त साहब उस बेअदबी का बदला गुरु के सिखां ने लिया। उस वक्त की हुकूमत का जिहड़ा प्रधानमंत्री सी जिहड़ी माई उन्होंने मार दिता। साध संगत उस तो बाद फिर 2 सिख जेल विच रहे और उन्होंने दोवां नूं फांसी की सजा सुनाई गई, भाई सतवंत सिंह जी, भाई बेअंत सिंह जी। जिहड़ा भाई सतवंत सिंह अगवान है ना, वो भर जवानी विच अजे ओदा रिश्ता मंगना अंगेजमेंट बीबी सुरिंदर कौर जी दे नाल होई सी। मन दे अंदर रोज आ गया, श्री दरबार साहब दा अकाल तख्त साहब दा बदला लिया। हुकूमत ने उन्होंने फांसी की सजा सुना दी
और उन्हें जेल विचों सुनेहा घल्लिया कि जिस लड़की नाल मेरा रिश्ता मंगना अंगेजमेंट हुई है, अपने परिवार दे हथ सुनेहा घल्लिया, जाके कह दे उस लड़की सुरिंदर कौर नूं, मैं तेनू अपने रिश्ते तो आजाद कर दे, तू जिथे मर्जी होर किते रिश्ता ब्याह शादी आनंद कारज करवा लई, अपना जीवन बसर करी, मैं तेनू अपने रिश्ते तो आजाद कर दे। उन्हें उहदे सहुरिਆਂ नूं सुनेहा दिता, भाई साडे लड़के नूं तां फांसी दी सजा हो गई, अज हो जाए कल हो जाए, तुसीं उम्र भर लड़की नूं कित्थे बिठा के रखोगे, किते होर विआह दिओ। जदों घर वालियां ने गल तोली भी सुरिंदर कौर दा रिश्ता किते होर कर दिंदे आ, उहनूं कहा भाई तेरे घर वाले ने तां प्रधानमंत्री इंदिरा गांधी नूं मार दिता है, ਉਹਦੇ ਇਵਜ਼ ਵਿੱਚ ਉਹਨੂੰ ਜੇਲ੍ਹ ਹੋਈ ਹੈ, ਫਾਂਸੀ ਦੀ ਸਜ਼ਾ ਹੋ ਗਈ ਹੈ, ਅੱਜ ਕੱਲ ਉਹਨੂੰ ਫਾਂਸੀ ਤੇ ਲਟਕਾ ਦਿੱਤਾ ਜਾਏਗਾ, ਤੇਰਾ ਰਿਸ਼ਤਾ ਕਿਤੇ ਹੋਰ ਕਰ ਦਿੰਨੇ ਆ। ਤੇ ਸਾਧ ਸੰਗਤ ਉਸ ਬੀਬੀ ਨੇ ਪਰਿਵਾਰ ਨੂੰ ਕਿਹਾ, ਮੈਂ ਕਿਤੇ ਹੋਰ ਰਿਸ਼ਤਾ ਨਹੀਂ ਕਰਾਵਾਂਗੀ, ਮੇਰੇ ਰਿਸ਼ਤੇ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੋਈ ਹੈ, ਮੈਂ ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਵਾਂਗੀ, ਕਿਤੇ ਹੋਰ ਸ਼ਾਦੀ ਨਹੀਂ ਕਰਵਾਉਣੀ, ਕਿਤੇ ਹੋਰ ਆਨੰਦ ਕਾਰਜ ਨਹੀਂ ਕਰਵਾਉਣਾ। ਜਦੋਂ ਨੇ ਜਿੱਦ ਫੜ ਲਈ ਤੇ ਸਾਧ ਸੰਗਤ ਤੋਂ ਜੇਲ੍ਹ ਵਿੱਚ ਪਰਿਵਾਰ ਨਾਲ ਮਿਲਣ ਆਈ ਸਤਵੰਤ ਸਿੰਘ ਜੀ, ਮੁਲਾਕਾਤ ਹੋਈ। ਹਕੂਮਤ ਨੇ ਵੀ ਆਗਿਆ ਦਿੱਤੀ ਵੇ ਸ਼ਾਇਦ ਕਿਤੇ ਮੋਹ ਦੀਆਂ ਤੰਦਾਂ ਕਮਜ਼ੋਰ ਕਰ ਦੇਣ ਬੰਦਿਆਂ ਨੂੰ। ਬੜੀ ਦ੍ਰਿੜਤਾ ਨਾਲ ਸ਼ਹੀਦ ਸਤਵੰਤ ਸਿੰਘ ਜੀ ਫਾਂਸੀ ਲਟਕਣ ਤੋਂ ਪਹਿਲਾਂ, ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਘਰ ਵਾਲੀ ਜਿਹਦੇ ਨਾਲ ਸਿਰਫ ਰਿਸ਼ਤਾ ਹੀ ਹੋਇਆ, ਸ਼ਾਦੀ ਨਹੀਂ ਹੋਈ, ਰਿਸ਼ਤਾ ਹੀ ਹੋਇਆ ਸੀ, ਮੰਗਣਾ ਹੋਇਆ ਸੀ, ਆਪਣੇ ਘਰ ਵਾਲੀ ਨੂੰ ਕਹਿੰਦੇ ਨੇ, ਸੁਰਿੰਦਰ ਕੌਰੇ ਮੈਂ ਤੈਨੂੰ ਆਪਣੇ ਰਿਸ਼ਤੇ ਤੋਂ ਆਜ਼ਾਦ ਕਰ ਦਿੱਤਾ ਹੈ, ਤੂੰ ਕਿਤੇ ਹੋਰ ਆਪਣੀ ਸ਼ਾਦੀ ਆਨੰਦ ਕਾਰਜ ਕਰਵਾ ਲਈ। ਉਹਨੇ ਅੱਖਾਂ ਭਰ ਕੇ ਕਿਹਾ ਸੀ, ਸਰਦਾਰ ਜੀ ਮੈਨੂੰ ਇਸ ਰਿਸ਼ਤੇ ਤੋਂ ਆਜ਼ਾਦ ਨਾ ਕਰੋ, ਤੁਸੀਂ ਸ਼ਹੀਦ ਹੋ ਜਾਓ, ਲੱਖ ਵਾਰ ਕੌਮ ਤੋਂ ਸ਼ਹੀਦ ਹੋ ਜਾਓ, ਮੈਂ ਤੁਹਾਡੇ ਇੱਕ ਸ਼ਹੀਦ ਦੀ ਪਤਨੀ ਅਖਵਾਵਾਂਗੀ, ਮੈਂ ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਵਾਂਗੀ, ਮੈਂ ਕਿਤੇ ਹੋਰ ਆਨੰਦ ਕਾਰਜ ਨਹੀਂ ਕਰਵਾਉਣੇ। ਸਾਧ ਸੰਗਤ ਕਿੰਨੀ ਦ੍ਰਿੜਤਾ ਹੋਏਗੀ ਔਰ ਤੁਸੀਂ ਹੈਰਾਨ ਹੋਵੋਗੇ, ਇਹ ਅਜੇ 30-35 ਸਾਲ ਦੀਆਂ ਗੱਲਾਂ ਨੇ। ਫੋਟੋ ਦੇ ਨਾਲ ਲਾਵਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬੇ, ਉਹ ਬੀਬੀ ਨੇ ਫੋਟੋ ਮੋਰੇ ਮੋਰੇ ਸਤਵੰਤ ਸਿੰਘ ਜੀ ਦੀ ਚੱਕੀ ਸੀ, ਤਾਬੇ ਬੈਠੇ ਗ੍ਰੰਥੀ ਸਾਹਿਬ ਲਾਵਾਂ ਪੜ ਰਹੇ ਸੀ, ਉਹ ਬੀਬੀ ਇੱਕ ਇੱਕ ਲਾਮ ਨਾਲ ਫੋਟੋ ਚੁੱਕ ਕੇ ਪਰਕਰਮਾ ਕਰਕੇ ਉਹਨੇ ਲਾਵਾਂ ਲਈਆਂ। ਆਨੰਦ ਕਾਰਜ ਫੋਟੋ ਨਾਲ ਹੋਏ ਔਰ ਇੱਕ ਸ਼ਹੀਦ ਦੀ ਪਤਨੀ ਅਖਵਾਈ। ਉਸ ਤੋਂ ਬਾਅਦ ਬੜੀ ਦ੍ਰਿੜਤਾ ਧਰਮ ਵਿੱਚ ਉਹਨੇ ਕਈ ਸਾਲ ਉਮਰ ਗੁਜ਼ਾਰੀ, ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਉਂਦੀ ਰਹੀ। ਅੱਜ ਜਦੋਂ ਸ਼ਹੀਦ ਸਤਵੰਤ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਨਾ, ਤੇ ਸਾਧ ਸੰਗਤ ਜਦੋਂ ਉਹ ਸ਼ਹੀਦ ਦਾ ਦਿਨ ਮਨਾਇਆ ਜਾਂਦਾ, ਉਹਦੇ ਘਰ ਵਾਲੀ ਦਾ ਵੀ ਨਾਲ ਹੀ ਦਿਨ ਮਨਾਇਆ ਜਾਂਦਾ। ਦੁਨੀਆ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਦੇ ਅੰਦਰ ਗੁਰੂ ਇੰਨੀ ਦ੍ਰਿੜਤਾ ਬਖਸ਼ਦਾ ਹੈ। ਇੱਥੇ ਗੁਰੂ ਕਿਰਪਾ ਕਰੇ, ਪਤਾ ਨਹੀਂ ਕਿਉਂ ਲੋਕ ਲਾਲਚ ਬਸ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਲਾਵਾਂ ਲੈ ਕੇ ਫਿਰ ਮੁੱਕਰ ਜਾਂਦੇ ਨੇ, ਵਿਆਹ ਕਰਾ ਕੇ ਫਿਰ ਮੁੱਕਰ ਜਾਂਦੇ ਨੇ। ਹੁਣ ਤੇ ਲਾਲਚ ਇੰਨਾ ਵੱਧ ਗਿਆ, ਝੂਠੀਆਂ ਲਾਵਾਂ ਸਭ ਕੁਝ ਕਰਕੇ ਬਾਹਰ ਜਾਣਾ ਚਾਹੀਦਾ, ਬੱਚਾ ਇਲਟ ਕਰ ਲੋ, ਚਲੋ ਬਾਹਰ ਝੂਠੀਆਂ ਲਾਵਾਂ ਕਰ ਰਹੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਮੈਨੂੰ ਇੱਕ ਬੰਦਾ ਕਹਿੰਦਾ ਜੀ ਆ ਮੋਦੀ ਨੇ ਨਵਾਂ ਹੀ ਸਿਆਪਾ ਪਾ ਦਿੱਤਾ। ਮੈਂ ਕਿਹਾ ਵੀ ਸ਼ਾਇਦ ਅੰਦੋਲਨ ਦੀ ਗੱਲ ਕਰਨ ਲੱਗਾ, ਬਈ ਇਹਨੇ ਕਾਨੂੰਨਾਂ ਦਾ ਕੋਈ ਰੌਲਾ ਪਿਆ। ਮੈਂ ਉਹਨੂੰ ਕਿਹਾ ਵੀ ਕਾਨੂੰਨ ਤਾਂ ਉਹਨੇ ਵਾਪਸ ਲੈ ਲੈਣੇ, ਹੁਣ ਕਿਹੜਾ ਸਿਆਪਾ ਪਾਤਾ। ਕਹਿੰਦਾ ਜੀ ਨਵਾਂ ਹੀ ਸਿਆਪਾ ਪਾਤਾ। ਹੁਣ ਉਹਨੇ ਕਹਿਤਾ ਵੀ ਜਦੋਂ ਤੱਕ ਲੜਕੀ 21 ਸਾਲ ਦੀ ਨਹੀਂ ਹੁੰਦੀ ਤੁਸੀਂ ਸ਼ਾਦੀ ਨਹੀਂ ਕਰ ਸਕਦੇ। ਮੈਂ ਕਿਹਾ ਤੁਹਾਨੂੰ ਕਾਹਦੀ ਕਾਹਲੀ ਹੈ, ਬੱਚੀ ਨੂੰ 21 ਸਾਲ ਦੀ ਉਮਰ ਹੋ ਲੈਣ ਦਿਓ, ਤੁਹਾਨੂੰ ਕਿਹੜੀ ਛੇਤੀ ਹੈ। ਉਹ ਕਹਿੰਦਾ ਜੀ ਆਈਲੈਟ ਕਰਕੇ ਬਾਹਰ ਭੇਜਣੀ ਹੈ। ਤੇ ਮੈਂ ਉਹਨੂੰ ਕਿਹਾ ਆਈਲੈਟ ਕਰਕੇ ਬਾਹਰ ਤਾਂ 21 ਸਾਲ ਤੋਂ ਥੱਲੇ ਵੀ ਜਾ ਸਕਦੀ ਕੁੜੀ, 21 ਸਾਲ ਤੋਂ ਉਮਰ ਘੱਟ ਹੈ ਤਾਂ ਵਿਦੇਸ਼ ਵਿੱਚ ਤਾਂ ਜਾ ਸਕਦੀ ਹੈ। ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ ਅੱਜ ਕੱਲ ਹੋਰ ਤਰ੍ਹਾਂ ਚੱਲਦਾ, ਪੈਸੇ ਲੜਕੇ ਵਾਲਿਆਂ ਤੋਂ ਲਵਾਈ ਦੇ ਨੇ, ਫਿਰ ਬਾਹਰ ਘੱਲੀਦਾ। ਇੱਥੋਂ ਤੱਕ ਲੋਕਾਂ ਦਾ ਲਾਲਚ ਹੈ। ਆਪਣੇ ਅੰਦਰ ਧਰਮ ਇਮਾਨ ਰੱਖੋ। ਜਿਹੜਾ ਸ਼ਹੀਦਾਂ ਦੀਆਂ ਬਾਤਾਂ ਆਪਾਂ ਕਰ ਰਹੇ ਆ ਉਹਨਾਂ ਦੇ ਜੀਵਨ ਤੋਂ ਕੋਈ ਸਿੱਖੀਏ। ਸ਼ਹੀਦ ਭਾਈ ਬਚਿੱਤਰ ਸਿੰਘ ਦੀ ਪਤਨੀ ਅਖਵਾਈ, ਉਹ ਬੇਟੀ ਮੁਮਤਾਜ਼ ਨਸੀਰ, ਅੱਜ ਸਾਧ ਸੰਗਤ ਉਹਦੇ ਨਾਮ ਉੱਤੇ ਗੁਰਦੁਆਰਾ ਬਣ ਰਿਹਾ ਹੈ। ਉਹਦਾ ਨਾਮ ਹੀ ਉਹ ਕਿਲਾ ਮੁਮਤਾਜ਼ਗੜ੍ਹ ਰੱਖਿਆ। ਪੂਰਾ ਇਤਿਹਾਸ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਹੋ। ਵਕਤ ਆਏਗਾ
शहीद भाई बचित्र सिंह दीयां यादां भी मनाईयां जाणगियां और चौधरी निहंग खां दी धी बेटी मुमताज दी याद भी मनाई जाएगी। 10वें पातशाह श्री गुरु गोबिंद सिंह महाराज चमकौर पहुंचे और धन साहब सतगुरु गुरु गोबिंद सिंह महाराज दे छोटे लाल साहबजादा बाबा जोरावर सिंह, बाबा फतेह सिंह, माता गुजरी जी दे नाल सरसा नदी दे कंढे जांदियां जांदियां कुम्मे माशकी दे कोल वो रात कट्टी। शिखर दोपहर होई ते कितें घुमदियां घुमाउंदियां गंगू मिल पिया। लोभी गंगू अपने घर लै गया। शायद उस वक्त उहदे मन विच लोभ ना होवे, पर साध संगत जिहदे अंदर वो औगण होवे वो कदे भी प्रगट हो सकता है। इसलिए अरदास करनी चाहिए है, काम क्रोध लोभ अहंकार तो गुरु बचा के रखे। ताइयों सिख जदों भी भोजन छकदा है वो 3 वक्त छके। अरदास करके जरूर कहंदा है श्लोक, काम क्रोध अर लोभ मोह बिन सजाए अहमेव, नानक प्रभ शरणागति कर प्रसाद गुरदेव। क्यों पता नहीं हुंदा अंदर दा औगण कदों प्रगट हो जाए, कदों मन लोभी हो जाए। मन दा की है, डोले ना डोले लखां ते ना डोले, डोलण ते आउंदा कखां ते डोल जांदा है। ना डोले करोड़ां ते ना डोले, जिदन लोभी हुंदा उदन कौडियां ते भी लोभी हो जांदा है। इहदा कोई पता नहीं मनदा। ओ गंगू लोभी हो गया, चंद मोहरां दा लोभी होके साहबजादियां नूं पकड़ा दिता। मुरिंडे तो जानी खां मानी खां पकड़न आए। दुन्ना सिंह हंडूरिया लिखते ने, दोवां साहबजादियां दे नन्हे नन्हे हथ रस्सी नाल बन लए, मां गुजरी दियां बाहां भी पिछां बन दित्तियां। सहेड़ी तो जिन्हों खेड़ी कहते ने उत्थों तोड़ के मुरिंडे तक लैके आए। एक रात मुरिंडे दी कोतवाली विच भुखे प्यासे रखे। इधर चमकौर दी जंग वजीर खां हार चुका सी। श्री गुरु गोबिंद सिंह महाराज दा बहाल बिंगा नहीं कर सकिया ते सरहंद खबर दिती अगली दोपहर नूं जी गुरु गोबिंद सिंह दे 2 पुत्र ते माता जी पकड़े गए। वजीर खां बड़ा खुश होया, कहंदे ने उन्हें सुनेहा दिता छेती नाल सरहंद लैके आओ। जानी खां मानी खां दोवां साहिबजादियां नूं और धन माता गुजरी जी नूं गड्डे ते बिठा के सख्त पहरे विच मुरिंडे तो सरहंद वाल लैके तुर पए। एक विद्वान ने लिखिया है, दुन्ना सिंह हंडूरिया लिखदा है, वो कहंदा साहिबजादियां नूं बोरी में बांध कर सरहंद को ले तुरे। बोरियां विच पाया ते बाहरों मुंह बंद दिते तां जो आले दुआले किसे नूं खबर ना मिले वे साहिबजादियां नूं लेके जा रहे ने। ये डर सी किते गुरु गोबिंद सिंह दे सिख हमला करके साहिबजादियां नूं छड़ा ना ले। बोरियां विच बन के साहिबजादियां ते धन माता गुजरी जी नूं सरहंद लै गए। जदों सरहंद दे नजदीक पहुंचे शामां पै चुकियां सन, सूरज ढल रहा सी, सर्दियां दे दिन सन, छेती नाल धुंद डिगण लग पई ते सरहंद दे कोल जाके दोवां सिपाहियां जानी खां मानी खां ने बोरियां खोल दित्तियां, साहिबजादियां नूं बाहर कढिया। जदों साहिबजादियां ने उच्चे उच्चे किले अटारियां वेखियां, उच्चे उच्चे महल अटारियां ते किले वेख के दोवें साहिबजादे खुश हो गए। दादी मां गुजरी नूं पुछदे ने, कहंदे दादी मां ओ वेखो किले नजर आ रहे ने, लगदा अपना आनंदपुर साहिब आ गया। पौने 7 साल दी उम्र है, तुसीं भी बच्चियां वाले हो, पौने 7 साल दा बच्चा किड्डा क हुंदा है। बाबा फतेह सिंह कहंदे दादी मां और वेखो किला दिस रहा है, लगदा अपना आनंदपुर साहिब आ गया। मां गुजरी ने घुट के कलेजे नाल ला लै, ना वे लाल ये आनंदपुर साहिब नहीं, ये जालमां दा सरहिंद है। पता नहीं तुहाडे नाल पुੱਤ इत्थे की कुछ होना है। ये आनंदपुर साहिब ना कहो, ये जालमां दा सरहिंद है। दोवां साहिबजादियां मां गुजरी नूं लै गए। वजीर खां तो पुछण गए सिपाही जी की करिए। उन्हें कहा रात पै चुकी है, ठंडे बुरज विच कैद कर दिओ, सख्त पहरा ला दिओ, कल सवेरे मेरी कचहरी विच पेश करिओ। दोवां साहिबजादियां नूं एक रात पहली रात ठंडे बुरज विच कैद कीता, सख्त पहरा ला दिता। मां गुजरी कोल है,
ਸਾਰੀ ਰਾਤ ਠੰਡ ਵਿੱਚ ਸਾਹਿਬਜ਼ਾਦੇ ਠੁਰ ਠੁਰ ਕਰਦੇ ਰਹੇ। ਮਾਂ ਗੁਜਰੀ ਸ਼ਹੀਦਾਂ ਦੀ ਗਾਥਾ ਸੁਣਾਉਂਦੀ ਰਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸੁਣਾਈ। ਤੱਤੀ ਤਵੀ ਤੇ ਬੈਠਿਆਂ ਸ਼ਹੀਦੀ ਸੁਣਾਈ। ਠੰਡ ਦੇ ਦਿਨ ਵੀ ਠੰਡ ਨਾ ਲੱਗੀ, ਸਾਹਿਬਜ਼ਾਦਿਆਂ ਨੂੰ ਨੀਂਦ ਪੈ ਗਈ। ਗੋਦੀ ਚ ਮੂੰਹ ਢੱਕ ਕੇ ਮਾਂ ਗੁਜਰੀ ਨੇ ਦੋਵੇਂ ਸਾਹਿਬਜ਼ਾਦੇ ਸੁਲਾ ਦਿੱਤੇ। ਸਵੇਰੇ ਦਿਨ ਚੜਿਆ। ਦੁੱਖਾਂ ਦੀਆਂ ਰਾਤਾਂ ਛੇਤੀ ਮੁੱਕਦੀਆਂ ਨਹੀਂ। ਦਿਨ ਚੜਿਆ, ਵਜ਼ੀਰ ਖਾਨ ਨੇ ਕਚਹਿਰੀ ਲਾਈ। ਬੜਾ ਕਾਲਾ ਪੈ ਗਿਆ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਸਜ਼ਾ ਦੇਣੀ ਹੈ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਸਜ਼ਾ ਦੇਣੀ ਹੈ। ਜਦੋਂ ਕਚਹਿਰੀ ਸਜੀ, ਘੜਿਆਲ ਵੱਜਾ, ਸਿਪਾਹੀ ਘੱਲੇ, ਜਾਓ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਲੈ ਕੇ ਆਓ। ਜਦੋਂ ਸਿਪਾਹੀ ਲੈਣ ਆਏ ਨਾ, ਪੌੜੀਆਂ ਚੜ੍ਹ ਕੇ ਦੋ ਸਿਪਾਹੀਆਂ ਨੇ ਆਵਾਜ਼ ਦੇ ਕੇ ਕਿਹਾ, ਮਾਤਾ ਜੀ ਤੁਹਾਡੇ ਪੋਤਰਿਆਂ ਨੂੰ ਕਚਹਿਰੀ ਵਿੱਚ ਬੁਲਾਇਆ। ਤੇ ਮਾਂ ਗੁਜਰੀ ਨੇ ਬੜੇ ਸਹਿਜ ਨਾਲ ਕਿਹਾ, 83 ਸਾਲ ਦੀ ਉਮਰ ਹੈ। ਧੰਨ ਮਾਤਾ ਗੁਜਰ ਕੌਰ ਜੀ ਬੋਲੇ, ਕਹਿੰਦੇ ਵੇ ਕਾਕਾ, ਕਚਹਿਰੀ ਵਿੱਚ ਮੈਨੂੰ ਲੈ ਕੇ ਜਾਓ। ਜੇ ਕੋਈ ਸਵਾਲ ਜਵਾਬ ਪੁੱਛਣਾ ਪੁੱਤ ਮੇਰੇ ਤੋਂ ਪੁੱਛੋ। ਜੇ ਕੋਈ ਸਵਾਲ ਕਰਨਾ ਕਚਹਿਰੀ 'ਚ ਮੇਰੇ ਤੋਂ ਕਰੋ। ਆ ਨਿੱਕੇ ਨਿੱਕੇ ਸਾਹਿਬਜ਼ਾਦੇ, ਇਹ ਮਾਸੂਮ ਜਿੰਦਾਂ, ਇਹਨਾਂ ਦੇ ਸਵਾਲ ਜਵਾਬ ਦੇਣ ਦੀ ਉਮਰ ਨਹੀਂ, ਕਚਹਿਰੀ ਵਿੱਚ ਤਰੀਕਾਂ ਭੁਗਤਣ ਦੀ ਉਮਰ ਨਹੀਂ। ਨਿੱਕੇ ਨਿੱਕੇ ਬੱਚਿਆਂ ਤੋਂ ਕੀ ਪੁੱਛਣਾ ਹੈ, ਮੈਨੂੰ ਲੈ ਕੇ ਜਾਓ। ਸਿਪਾਹੀਆਂ ਕਿਹਾ, ਮਾਤਾ ਵਜ਼ੀਰ ਖਾਨ ਦਾ ਹੁਕਮ ਸਿਰਫ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਲਿਆਉਣ ਦਾ, ਤੈਨੂੰ ਨਹੀਂ। ਦੋਵਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੈ। ਆਪਣੇ ਪੋਤਿਆਂ ਨੂੰ ਤਿਆਰ ਕਰ। ਮਾਂ ਗੁਜਰੀ ਨੇ ਦਮਾਲੇ ਬੰਨੇ ਸਨ ਬੱਚਿਆਂ ਦੇ। ਦੋਵਾਂ ਲਾਲਾਂ ਨੂੰ ਜਪਜੀ ਸਾਹਿਬ ਸੁਣਾ ਦਿੱਤਾ ਸੀ। ਤੋਰਨ ਲੱਗਿਆਂ ਹੱਥ ਜੋੜ ਕੇ ਅਰਦਾਸ ਕੀਤੀ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੇਰੇ ਪੋਤਿਆਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ। ਪੌਣੇ 7 ਸਾਲ ਦਾ ਬੱਚਾ ਵੀ ਕੋਈ ਕਚਹਿਰੀ 'ਚ ਜਾਂਦਾ ਹੈ। ਤੇਰੇ ਪੋਤਿਆਂ ਦੀ ਉਮਰ ਤਰੀਕਾਂ ਭੁਗਤਣ ਦੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ, ਲਾਜ ਰੱਖੀ ਆਪਣੇ ਪੋਤਿਆਂ ਦੀ, ਈਨ ਨਾ ਮੰਨਣ, ਇਹ ਧਰਮ ਵਿੱਚ ਪੱਕੇ ਰਹਿਣ, ਜਿੱਤ ਕੇ ਵਾਪਸ ਮੇਰੀ ਗੋਦੀ ਵਿੱਚ ਆਉਣ। ਅਰਦਾਸ ਕਰਕੇ ਮਾਂ ਗੁਜਰੀ ਨੇ ਤੋਰ ਦਿੱਤੇ। ਕਚਹਿਰੀ ਵਿੱਚ ਗਏ। ਪਹਿਲਾਂ ਹੀ ਮਾਂ ਗੁਜਰੀ ਨੇ ਸਿਖਾਇਆ ਸੀ, ਪੁੱਤ ਗੱਜ ਕੇ ਫਤਿਹ ਬੁਲਾਉਣੀ ਹੈ। ਕਚਹਿਰੀ ਵੜਦਿਆਂ ਸਾਹਿਬਜ਼ਾਦਿਆਂ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜ਼ੀਰ ਖਾਨ ਬੜਾ ਹੈਰਾਨ ਹੋਇਆ ਤੇ ਹੈਰਾਨ ਹੋ ਕੇ ਕਹਿੰਦਾ, ਓਏ ਬੱਚਿਓ, ਇਹ ਤੁਹਾਡੇ ਪਿਓ ਦਾ ਆਨੰਦਪੁਰ ਸਾਹਿਬ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ। ਤੈਨੀ ਗੱਲ ਕਹਿ ਕੇ ਫਿਰ ਸੂਬਾ ਸਰਹੰਦ ਉੱਚੀ ਉੱਚੀ ਹੱਸ ਪਿਆ। ਨਾਲ ਬੈਠੇ ਸਿਪਾਹੀ ਵੀ ਹੱਸ ਪਏ। ਨਾਲ ਬੈਠੇ ਅਹਿਲਕਾਰ ਮੰਤਰੀ ਸੁੱਚਾ ਨੰਦੌੜੀਆ ਵਰਗੇ ਦੀਵਾਨ ਹੱਸ ਪਏ। ਤੇ ਹੱਸਣ ਤੋਂ ਬਾਅਦ ਉਹਨੇ ਮਜ਼ਾਕ ਕਰਕੇ ਪਤਾ ਕੀ ਕਿਹਾ, ਉਹ ਮੈਂ ਤੇ ਐਵੇਂ ਹੀ ਰਾਤੀ ਸੋਚਦਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਆਹ ਸਜ਼ਾ ਦੇਵਾਂਗੇ, ਆਹ ਸਜ਼ਾ ਦੇਵਾਂਗੇ। ਇਹ ਤੇ ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਸਜ਼ਾਵਾਂ ਦੇਣ ਦੀ ਲੋੜ ਨਹੀਂ। ਮੈਂ ਤੇ ਐਵੇਂ ਸੋਚਦਾ ਰਿਹਾ ਰਾਤੀ, ਆ ਵੀ ਮੈਂ ਸੋਚਿਆ ਆ ਵੀ ਸਜ਼ਾ ਦੇਵਾਂਗੇ, ਆ ਵੀ ਸਜ਼ਾ ਦੇਵਾਂਗੇ। ਇਹ ਸਜ਼ਾਵਾਂ ਦੀ ਜ਼ਰੂਰਤ ਨਹੀਂ। ਇਹ ਤੇ ਨਿੱਕੇ ਨਿੱਕੇ ਬੱਚੇ ਨੇ, ਜਾਓ ਇਹਨਾਂ ਨੂੰ ਲੈ ਜਾਓ। ਕੁਝ ਖਾਣ ਦੀਆਂ ਚੀਜ਼ਾਂ ਦਿਓ, ਕੁਝ ਖੇਡਣ ਦੀਆਂ ਚੀਜ਼ਾਂ ਦਿਓ, ਆਪੇ ਹੀ ਭੁੱਲ ਜਾਣਗੇ 1-2 ਦਿਨਾਂ ਵਿੱਚ ਮਾਂ ਪਿਓ ਨੂੰ। ਇਹ ਤੇ 1-2 ਦਿਨਾਂ ਵਿੱਚ ਖਾਣ ਖੇਡਣ ਦੀਆਂ ਚੀਜ਼ਾਂ ਨਾਲ ਭੁੱਲ ਜਾਣਗੇ ਮਾਂ ਪਿਓ ਨੂੰ। ਜਾਓ ਇਹਨਾਂ ਨੂੰ ਖਾਣ ਖੇਡਣ ਦੀਆਂ ਚੀਜ਼ਾਂ ਦਿਓ। ਸਭ ਸਿਪਾਹੀ ਹੱਸ ਪਏ। ਮੰਤਰੀਆਂ ਦੇ ਦੀਵਾਨ ਸੁੱਚਾ ਨੰਦੌੜੀਏ ਦੇ ਕਹਿਣ ਤੇ ਸਿਪਾਹੀ ਲੈ ਗਏ। ਤਰ੍ਹਾਂ ਤਰ੍ਹਾਂ ਦੀਆਂ ਖਾਣ ਦੀਆਂ ਚੀਜ਼ਾਂ ਮੋਹਰੇ ਕੀਤੀਆਂ। ਕਿਸੇ ਚੀਜ਼ ਵੱਲ ਮੂੰਹ ਨਾ ਕੀਤਾ। ਭੁੱਖ ਤਾਂ ਸੀ ਪਰ ਖਾਦਾ ਪਤਾ ਕਿਉਂ ਨਹੀਂ। ਦਾਦੀ ਮਾਂ ਭੁੱਖੀ ਬੈਠੀ ਹੈ, ਅਸੀਂ ਕਿਵੇਂ ਖਾ ਲਈਏ? ਦਾਦੀ ਦੀ ਆਗਿਆ ਤੋਂ ਬਗੈਰ ਕਿਵੇਂ ਖਾ ਲਈਏ? ਦਾਦੀ ਦਾ ਹੁਕਮ ਹੈ, ਪੁੱਤ ਤੁਰਕਾਂ ਦੀ ਕੋਈ ਚੀਜ਼ ਮੂੰਹ ਤੇ ਨਹੀਂ ਰੱਖਣੀ। ਦੋਵਾਂ ਸਾਹਿਬਜ਼ਾਦਿਆਂ ਨੇ ਕਿਸੇ ਚੀਜ਼ ਵੱਲ ਮੂੰਹ ਨਾ ਕੀਤਾ। ਬਥੇਰੇ ਤਰ੍ਹਾਂ ਤਰ੍ਹਾਂ ਦੇ ਭੋਜਨ ਵਿਖਾਏ। ਅਖੀਰ ਉਹ ਸਿਪਾਹੀ ਤੇ ਸੁੱਚਾ ਨੰਦੌੜੀਆ ਖਿਡੌਣਿਆਂ ਵੱਲ ਲੈ ਗਏ। ਤਰ੍ਹਾਂ ਤਰ੍ਹਾਂ ਦੇ ਖਿਡੌਣੇ ਵਿਖਾਉਂਦੇ ਨੇ। ਕਿਸੇ ਖਿਡੌਣੇ ਵੱਲ ਮਨ ਹੀ ਨਾ ਕੀਤਾ ਸਾਹਿਬਜ਼ਾਦਿਆਂ ਨੇ। ਅਚਾਨਕ 2 ਖਿਡੌਣੇ ਨਜ਼ਰ ਪਏ ਤੇ ਸਾਹਿਬਜ਼ਾਦਿਆਂ ਭੱਜ ਕੇ ਚੁੱਕ ਲਏ। ਸੁੱਚਾ ਨੰਦੌੜੀਆ ਖੁਸ਼ ਹੋਇਆ, ਚਲੋ ਕੁਝ ਤਾਂ ਲਿਆ ਇਹਨਾਂ ਨੇ। ਵਜ਼ੀਰ ਖਾਨ ਨੂੰ ਦੱਸਣ ਦੇ ਯੋਗ ਤਾਂ ਹੋਏ ਵੇ, ਕੋਈ ਗੱਲ ਹੈ ਤਾਂ ਸਹੀ, ਨਾ ਕੁਝ ਚੁੱਕਿਆ ਤੇ ਹੈ। ਦੋਵਾਂ ਸਾਹਿਬਜ਼ਾਦਿਆਂ ਭੱਜ ਕੇ 2 ਖਿਡੌਣੇ ਚੁੱਕ ਲਏ
पता की इतिहासकार कहंदे ओ खिडौने छोटियां छोटियां लक्कड़ दियां तलवारां ते तीर कमान जिहड़े तुसीं भी मेलिਆਂ 'ਚ अपने बच्चों नूं लैके दिंदे ਉਹ तीर ते तलवारां चुक लए ते खेडण लग पए। बाबा फतेह सिंह कहंदे ने वड्डे वीरे नूं, वड्डे वीरे जोरावर सिंह मैं तीर चलावांगा तू चुक के लिआया कर। ਉਹ तीर चलाउंदा है वड्डा चुक चुक लिआउंदा है। 3-4 घड़ियां खेडदे रहे। ਇੰਨੇ ਨੂੰ ਦੁਪਹਿਰ हो गई। ਦੁਪਹਿਰ ਢਲਦਿਆਂ ਘੜਿਆਲ ਵੱਜੀ, ਆਵਾਜ਼ ਆਈ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਸੂਬਾ ਸਰਹੰਦ ਫਿਰ ਬਹਿ ਗਿਆ। ਸਾਹਿਬਜ਼ਾਦਿਆਂ ਹੱਥ ਤਲਵਾਰਾਂ तीर कमान तलवारां कमर कस्सियां में चुके तुर पे। बड़े हसदे खेडदे कचहरी विच आए ते सूबा सरहंद पुछदा बई कुछ खादा इन्हां ने? दीवान सुच्चानंद बोलिया जी कोई चीज इन्हां मूंह ते नहीं धरी, किसे चीज वाल मुंह नहीं कीता। बड़े बाजिद ने, खादा ही कुछ नहीं। कोई खिडौने लाए ने ते सुच्चानंद मखौल उड़ा के कहंदा खिडौने कादे जी? निक्कियां निक्कियां तीर ते तलवारां चुक लए ने, तीर कमान ते तलवारां नाल ही खेडी जांदे ने। सूबे सरहंद वजीर खान मखौल उड़ा के कहंदा ओए बच्चेओ ये लक्कड़ दियां तलवारां नाल की करोगे? ओए बच्चेओ ये लक्कड़ दियां तलवारां ते तीरां नाल की करोगे? यानी सोहन सिंह सीतल साहब लिखते ने कहंदे इन्नी गर्जमी आवाज विच बाबा जोरावर सिंह ने कहा, पौने 9 साल की उम्र है, बड़ी गर्जमी आवाज में धौन उच्ची करके कहा वजीर खान असी गुरु गोबिंद सिंह दे लाल हां, एक बार छड्ड के वेख लक्कड़ दी तलवार नाल भी तेरा सिर वड़ देंगे। इन्नी गल सुन के सूबा ठर गया, शरीर पानी हो गया। बड़े गुस्से च बोलिया बड़े गुस्ताख बच्चे ने, इन्हां नूं मेरी नजर तो परे लै जाओ। एक रात भुखे प्यासे रखो बुरज विच, कल वेखांगा इन्हां दी आकड़। कचहरी चों बाहर लै जाओ। उस वक्त सुच्चानंद ने इशारा किया साहिबजादियां नूं कचहरी चों बाहर लै जाओ। जिवें सिपाही लैके जाण लगे कहंदे ने वजीर खां इन्ना डर गया, ओदे अंदरों आवाज आ रही सी, वो तिखी आवाज गुजी लक्कड़ दियां तलवारां नाल भी तेरा सिर वड़ देंगे। डरे हुए वजीर खान ने साहिबजादियां नूं कचहरी चों बाहर जांदियां वेख पिछों सिपाहियां नूं आवाज मार के कहा ओए रुक जाओ, इन्हां कोलों तलवारां ते तीर लै लो। इन्ना डर गया कि शायद लक्कड़ दी तलवार नाल भी वड्ड देण। इन्हां तो तलवारां ते तीर वापस लै लो। साहिबजादियां नूं खाली मां गुजरी जी दे कोल भेज दिता। जदों माता जी दे कोल गए ना ते मां गुजरी पुछदी है वे लाल अज की होया कचहरी विच, सारा दिन लगा दिता। पुत इन्ने सवाल जवाब, सारियां गल्लां बाबा जोरावर सिंह ने दसियां। नहीं दादी मां अज उन्होंने सानू आ कुछ कहा, फिर सानू खाण दियां चीजां दित्तियां, असीं कुछ खाधा नहीं, फिर सानू खिडौने दिते, तीरां ते तलवारां नाल खेडदे रहे। दादी मां जदों वजीर खान ने मखौल उड़ा के कहा ना की करोगे लक्कड़ दी तलवार नाल, ते दादी मां मैं कह दिता तेरा लक्कड़ दी तलवार नाल भी सिर वड़ देंगे। मां गुजरी ने घुट के गल नाल ला लिया, शाबाश पुत्रो इदां ही अणख विच रहो, सिर ना झुकायो ओहदे अगे। पुत वध तो वध की कर लेगा, तुहानू मार ही देगा ना। पुत अणख विच सिर उच्चा रखियो, सिर ना झुकायो। दोवां पोतियां नू शाबाश दित्ती, गल्लां करदे रहे। सूरज डुब्बिया, हनेरा पिया। मां गुजरी ने सोदा रहरास दा पाठ सुनाया। आओ पुत तुहानू गुरु दी बाणी सुनावां। गोदी दे कोल बिठा के पढ़िया आसा महला पंजवा। भई परापत मानुख दे हुरिया, गोविंद मिलन की ए तेरी वरिया। अवर काज तेरे किते ना काम, मिल साध संगत पाज। अज केड़ी केड़ी दादी है जिहड़ी पोतियां नू कोल बिठा के बाणी सुणाउंदी होवे? है कोई भागां वाली इदां दी दादी जिहड़ी कोल बिठा के कोई गुरु दी गाथा सुणाउंदी होवे? तुहाडे घरां 'च हर रोज पाठ चलदे ने टेलीविजन ते। दरबार साहिब तो बच्चियां नू कोल बिठाया करो, रहरास दा पाठ कराया करो। ये बाणी साडे कम आएगी। तुहानू हथ जोड़ के बेनती है, कोई विरला घर है जिथे लोग रहरास दा पाठ बच्चियां नू सुणाउंदे ने, कोई गुरु दी गाथा कोल बिठा के सुणाउंदे ने। हाँ हो दूजा तीजा बड़ा कुछ वेखदे हो,
ਉਹ ਫਿਰ ਸਾਰਾ ਹੀ ਟੱਬਰ ਬਹਿ ਜਾਂਦਾ ਹੈ। ਜੇ ਕੋਈ ਬੱਚਾ ਮਾੜਾ ਜਿਹਾ ਰੌਲਾ ਪਾਵੇ ਨਾ, ਮਾਵਾਂ ਧੈੜ ਦੇਣੀ, ਥੱਪੜ ਮਾਰਦੀਆਂ ਨੇ, ਚੁੱਪ ਕਰਕੇ ਬਹਿ ਜਾ, ਉਧਰ ਗੋਪੀ ਮਰਨ ਲੱਗੀ ਸੀ। ਤੁਹਾਡਾ ਧਿਆਨ ਇੰਨਾ ਟੈਲੀਵਿਜ਼ਨਾਂ 'ਚ ਹੈ। ਅੱਜ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹੋ, ਅੰਦਰ ਇੱਕ ਪ੍ਰਣ ਕਰਿਓ, ਜਿੰਨੀ ਦੇਰ ਸੋਧਾ ਰਹਿਰਾਸ ਦਾ ਪਾਠ ਚੱਲ ਰਿਹਾ ਹੋਵੇ, ਆਪਣੇ ਬੱਚਿਆਂ ਨੂੰ ਚੁੱਪ ਕਰਾ ਕੇ ਨੇੜੇ ਬਿਠਾਇਆ ਕਰੋ, ਅਸਰ ਹੋਏਗਾ ਉਹਦਾ ਅਸਰ ਹੋਏਗਾ। ਥੋੜਾ ਥੋੜਾ ਵੀ ਸੁਣਾ ਦਿਓ ਨਾ, ਤਾਂ ਵੀ ਘਾਟਾ ਨਹੀਂ ਪੈਂਦਾ। ਤਾਂ ਬਾਣੀ ਇੰਨੀ ਵੱਡੀ ਤਾਕਤ ਰੱਖਦੀ ਹੈ, ਬੂਟੇ ਨੂੰ ਥੋੜਾ ਥੋੜਾ ਵੀ ਪਾਣੀ ਪਾਈ ਜਾਓ, ਬੂਟਾ ਹਰਾ ਰਹਿੰਦਾ ਹੈ। ਵਕਤ ਪਾ ਕੇ ਉਹ ਬੂਟਾ ਛਾਂ ਵੀ ਦਿੰਦਾ ਤੇ ਫਲ ਵੀ ਦਿੰਦਾ। ਜੇ ਤੁਸੀਂ ਬਾਣੀ ਤੋਂ ਦੂਰ ਰੱਖਣਾ ਭਾਈ, ਫਿਰ ਗੁਰੂ ਦਾ ਕੋਈ ਕਸੂਰ ਨਹੀਂ, ਜਿੱਥੇ ਮਰਜ਼ੀ ਭਟਕੀ ਜਾਓ, ਬਾਣੀ ਤੋਂ ਬਗੈਰ ਸਿੱਖੀ ਦੇ ਬੂਟੇ ਸੁੱਕ ਜਾਂਦੇ ਨੇ। ਖੈਰ, ਮਾਂ ਗੁਜਰੀ ਨੇ ਸੋਧਰ ਦਾ ਪਾਠ ਸੁਣਾਇਆ, ਫਿਰ ਸਾਹਿਬਜ਼ਾਦਿਆਂ ਨੂੰ ਗੁਰੂ ਦੀ ਗਾਥਾ ਸੁਣਾਉਣ ਲੱਗ ਪਏ। ਪੁੱਤ, ਤੁਹਾਡਾ ਦਾਦਾ ਏਦਾਂ ਸ਼ਹੀਦ ਹੋਇਆ। ਅੱਧੀ ਰਾਤ ਹੋ ਚੱਲੀ, ਕਥਾ ਮੁੱਕ ਗਈ ਹੈ। ਮਾਂ ਗੁਜਰੀ ਸਾਹਿਬਜ਼ਾਦਿਆਂ ਵੱਲ ਵੇਖਦੀ ਹੈ, ਕੱਲ ਤਾਂ ਸੌਂ ਗਏ ਸੀ, ਅੱਜ ਨਹੀਂ ਸੌਂਦੇ। ਪਤਾ ਕਿਉਂ? ਪੇਟ ਦੀ ਭੁੱਖ ਸੌਣ ਨਹੀਂ ਦਿੰਦੀ। ਤੁਸੀਂ ਵੀ ਪੁੱਤਾਂ ਵਾਲੇ ਬੈਠੇ ਹੋ, ਕੋਈ ਬੱਚਾ 3 ਦਿਨ 3 ਰਾਤਾਂ ਭੁੱਖਾ ਰਹਿ ਜਾਏ, ਉਹ ਵੀ ਪੌਣੇ 7 ਸਾਲ ਪੌਣੇ 9 ਸਾਲ ਦੀ ਉਮਰ ਹੈ, ਮਾਂ ਦੀਆਂ ਅੰਦਰਾਂ ਤੋਂ ਪੁੱਛਿਆ ਜਾਣੀ ਹੈ ਕੀ ਬੀਤਦੀ। ਮਾਂ ਗੁਜਰੀ ਵੇਖਦੇ ਹੈ, ਪੋਤੇ ਸੌਂਦੇ ਨਹੀਂ। ਵੇ ਪੁੱਤ ਸੌਂ ਜਾਓ। ਜ਼ਬਾਨ ਤੋਂ ਕਹਿੰਦੇ ਨਹੀਂ, ਦਾਦੀ ਮਾਂ ਭੁੱਖ ਲੱਗੀ ਹੈ। ਇੰਨੀ ਸਮਝ, ਇੰਨੀ ਉੱਚੀ ਸੋਚ ਮਾਂ ਗੁਜਰੀ ਨੂੰ ਸਭ ਪਤਾ ਹੈ। ਪੁੱਤ, ਭੁੱਖ ਤੁਹਾਨੂੰ ਸੌਣ ਨਹੀਂ ਦਿੰਦੀ। ਮੈਂ ਪਹਿਲੇ ਦਿਨ ਹੀ ਕਿਹਾ ਸੀ, ਪੁੱਤਰਾ ਆਨੰਦਪੁਰ ਸਾਹਿਬ ਨਹੀਂ ਹੈ, ਜ਼ਾਲਮਾਂ ਦਾ ਸਰਹਿੰਦ ਹੈ, ਇੱਥੇ ਪਤਾ ਨਹੀਂ ਸਾਡੇ ਨਾਲ ਕੀ ਕੁਝ ਹੋਣਾ। ਦੋਵੇਂ ਸਾਹਿਬਜ਼ਾਦੇ ਪੇਟ ਤੋਂ ਭੁੱਖੇ ਸਨ। ਦਾਦੀ ਨੇ ਦਿਲ ਤੇ ਪੱਥਰ ਰੱਖ ਕੇ ਇੱਕ ਕੰਮ ਕੀਤਾ, ਦੋਵਾਂ ਦੇ ਕਮਰ ਕਸੇ ਕੱਸ ਕੇ ਬੰਨ ਦਿੱਤੇ, ਸ਼ਾਇਦ ਪੇਟ ਦਾ ਭੁੱਖ ਦਾ ਦਰਦ ਘਟ ਜਾਏ। ਰਾਤ ਪਈ, ਅੱਧੀ ਰਾਤ ਤੋਂ ਥੋੜਾ ਜਿਹਾ ਵਕਤ ਉੱਪਰ ਹੋਇਆ, ਥੋੜੀ ਜਿਹੀ ਸ਼ਾਇਦ ਗੁਰੂ ਗੁਰੂ ਕਰਦਿਆਂ ਅੱਖ ਲੱਗੀ ਹੋਣੀ। ਇੰਨੇ ਨੂੰ ਸਰਹੰਦ ਦੇ ਉਸ ਠੰਡੇ ਬੁਰਜ ਦੀਆਂ ਕੋਈ ਪੌੜੀਆਂ ਚੜ ਰਿਹਾ ਸੀ। ਮੈਲੇ ਦੇ ਕੰਬਲ ਦੀ ਬੁੱਕਲ ਮਾਰੀ ਹੈ, ਪੈਰਾਂ ਦੀ ਵਿੜਕ ਮਾਂ ਗੁਜਰੀ ਨੂੰ ਸੁਣੀ ਹੈ। ਇੱਕਦਮ ਧੰਨ ਮਾਤਾ ਗੁਜਰ ਕੌਰ ਉੱਪਰ ਸਿਰ ਚੁੱਕ ਕੇ ਵੇਖਣ ਲੱਗ ਪਏ। ਬਿਰਧ ਸ਼ਰੀਰ ਹੈ, ਬੜੀ ਗੌਰ ਨਾਲ ਵੇਖਦੀ, ਕੋਈ ਬੰਦਾ ਪੌੜੀਆਂ ਚੜ ਕੇ ਆ ਰਿਹਾ ਹੈ। ਜਦੋਂ ਥੋੜਾ ਨੇੜੇ ਹੋਇਆ, ਆਵਾਜ਼ ਦੇ ਕੇ ਕਿਹਾ, ਵੇ ਕਾਕਾ, ਤੂੰ ਕੌਣ ਹੈ? ਮੇਰੇ ਪੋਤਿਆਂ ਨੂੰ ਲੈਣ ਆਇਆ ਹੈ? ਵਜ਼ੀਰ ਖਾਨ ਦੇ ਸਿਪਾਹੀ ਲੱਗਦਾ, ਮੇਰੇ ਪੋਤਿਆਂ ਨੂੰ ਲੈਣ ਆਇਆ ਹੈ? ਤੇ ਉਸ ਬੰਦੇ ਦੀਆਂ ਅੱਖਾਂ ਸੇਜਣ, ਬੜੇ ਬਰਾਗ ਨਾਲ ਰੋਕ ਕੇ ਬੋਲਿਆ, ਨਹੀਂ ਮਾਂ, ਮੈਨੂੰ ਲੋਕ ਮੋਤੀ ਰਾਮ ਮਹਿਰਾ ਕਹਿੰਦੇ ਨੇ। ਮੈਂ ਘਰ ਦਾ ਕੀਮਤੀ ਸਮਾਨ ਵੇਚਿਆ, ਰਾਤ ਦੇ ਸਿਪਾਹੀਆਂ ਨੂੰ ਮਸਾਂ ਖਰੀਦਿਆ। ਮੈਂ ਕੱਲ ਦਾ ਸੋਚਦਾ ਸੀ, ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਦੁੱਧ ਛਕਾਉਣਾ, ਤੇਰੇ ਪੋਤੇ ਭੁੱਖੇ ਨੇ। ਮਾਂ ਗੁਜਰੀ, ਮੈਂ ਮੋਤੀ ਰਾਮ ਮਹਿਰਾ ਹਾਂ, ਦੁੱਧ ਲੈ ਕੇ ਆਇਆ, ਤੇਰੇ ਪੋਤਿਆਂ ਨੂੰ ਦੁੱਧ ਪਿਲਾਉਣਾ। ਮਾਂ ਗੁਜਰੀ ਅੱਗੋਂ ਕਿਹਾ, ਕਾਕਾ ਸੋਚ ਲੈ, ਇਹ 2 ਗਲਾਸ ਦੁੱਧ ਦੇ ਤੈਨੂੰ ਮਹਿੰਗੇ ਪੈ ਸਕਦੇ ਨੇ। ਇਹ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣਾ ਮਹਿੰਗਾ ਪੈ ਸਕਦਾ ਹੈ। ਅਸੀਂ ਹਕੂਮਤ ਦੇ ਬਾਗੀ ਆ, ਗੁਰੂ ਗੋਬਿੰਦ ਦੇ ਲਾਲਾ ਨੂੰ ਦੁੱਧ ਪਿਲਾਉਣਾ ਮਹਿੰਗਾ ਹੋ ਸਕਦਾ ਹੈ। ਰੋ ਕੇ ਮੋਤੀ ਰਾਮ ਮਹਿਰੇ ਨੇ ਕਿਹਾ, ਮਾਂ ਜਿੰਨਾ ਮਰਜ਼ੀ ਮਹਿੰਗਾ ਪੈ ਜਾਏ, ਇੱਕ ਵਾਰ ਸਾਹਿਬਜ਼ਾਦਿਆਂ ਦੀ ਸੇਵਾ ਕਰ ਲੈਣ ਦਿਓ। ਦੋਵਾਂ ਸਾਹਿਬਜ਼ਾਦੇ ਉੱਠ ਕੇ ਬਹਿ ਗਏ। 2 ਗਲਾਸ ਦੁੱਧ ਦੇ ਭਰੇ ਨੇ। ਜਦੋਂ ਮਾਂ ਗੁਜਰੀ ਨੇ ਕਿਹਾ, ਲੈ ਮੇਰੇ ਲਾਲ, ਦੁੱਧ ਛਕੋ। ਵੇ ਮੋਤੀ ਰਾਮਾ, ਤੂੰ ਬੜਾ ਹੀ ਪੁੰਨ ਖੱਟਿਆ। ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਲੱਗੀ ਤੇ ਦੋਵਾਂ ਸਾਹਿਬਜ਼ਾਦਿਆਂ ਦੁੱਧ ਪੀਣ ਤੋਂ ਪਹਿਲਾਂ ਆਪੋ ਆਪਣਾ ਗਲਾਸ ਆਪਣੇ ਦਾਦੀ ਦੇ ਮੂੰਹ ਨੂੰ ਲਾਇਆ। ਇੱਕ ਇੱਕ ਘੁੱਟ ਪਹਿਲਾਂ ਦਾਦੀ ਨੇ ਭਰਿਆ, ਫਿਰ ਦੋਵਾਂ ਪੋਤਿਆਂ ਨੂੰ ਦੁੱਧ ਛਕਾਇਆ। ਤੇ ਜਦੋਂ ਦੋਵਾਂ ਸਾਹਿਬਜ਼ਾਦਿਆਂ ਦੁੱਧ ਪੀਤਾ ਨਾ, ਮਾਂ ਗੁਜਰੀ ਨੇ ਇੱਕ ਗੱਲ ਕਹੀ, ਵੇ ਮੋਤੀ ਰਾਮਾ, ਤੂੰ ਬੜਾ ਹੀ ਪੁੰਨ ਕਮਾਇਆ। ਹੁਣ ਮੈਨੂੰ ਕੋਈ ਚਿੰਤਾ ਨਹੀਂ, ਹੁਣ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਹੁਣ ਮੇਰੇ ਪੋਤੇ ਕੱਲ ਸ਼ਹੀਦ ਵੀ ਹੋ ਜਾਣ,
मैं ये तां कहांगी मेरे पोते भुखे नहीं मरे, रज के मरे ने। मेरे पोते भुखे नहीं मरे, वे तो दुध पिला के बड़ा ही पुन खटिया। वे मोती रामा, दुनिया च मोती बहुत होणगे, वक्त पै के मोतियां दी चमक घट जाती है। चमक घट जाए ते कीमत भी घट जाती है। मोती रामा जेड़ी सेवा तू कर चले, रहिंदी दुनिया तक तेरी चमक दी सिफत धरती ते रहेगी। दुनिया गुरु गोबिंद सिंह दे लाला नू चेते करेगी, तैनू भी याद करेगी। साध संगत बाबा मोती राम मेहरे नू याद रखियो। 2 गिलास दुध दे वाके बड़े महंगे पे ने। अज आपां लंगर ला दिन्ने, सारा सारा दिन दुध बदामां दा पा के विच बड़ा कुछ करनी चाहिए सेवा, पर असीं बाबे मोती राम मेहरे दे 2 गिलास दुध दे बराबर नहीं कर सकते। पता क्यों? अपने बच्चे समेत जदों हुकूमत नूं पता लगा ने साहिबजादियां नूं दुध पिलाया, ओदा पूरा परिवार जालमा ने कोल्लू च पीड़िया, पूरा परिवार कोल्लू च पीड़ के शहीद किया। बाबे मोती राम मेहरे नूं 2 गिलास दुध दे वाकई बड़े महंगे पे ने, पर एक गल सच है, रहिंदी दुनिया तक दुनिया दे लोग बाबे मोती राम मेहरे नूं याद करनगे। असीं परसों जदों गए ना फतेहगढ़ साहब, सवेरे हाजरी भरनी सी, ठंडे बुरज ते गए। सवेरे इस वक्त ही 5-6 हज़ार तो वध बंदे दी लैन सी मत्था टेकण, और उत्थे इन्नी ठंड ते मैं खलो के वेख्या उस जगह ते पौड़ियां चढ़दे खब्बे पासे दुध दा लंगर लगे है। बड़े मोटे अखरां च लिखिया सी, बाबा मोती राम मेहरे दे उस दुध छकाउण दी याद वे साध संगत। दुनिया च करोड़ां अरबां दी जायदाद वाले लोग होए ने, एक 2 गिलास दुध सेवा करने वाले दी याद भी धरती ते सदा अमर है। कोई सेवा करके वेखे, ये सेवा भावना की लोड़ है। भावनी भगत पाए कौडी अगर भाग रखे, ताहे गुर सरब निधान दान देत है। बाबे मोती राम मेहरे दी अज भी जय जयकार है। खैर दोवां साहिबजादियां नूं दुध पिला के मुड़ गया। अगले दिन सुबह सरहंद वजीर खान ने कहा, कल दी तरह गुरु गोबिंद सिंह दे लाल आकड़ के ना मेरी कचहरी च, कल दी तरह फतेह नहीं बुलानी चाहिए, कल दी तरह मेरी नरादरी बेइज्जती दी इस तरह दे कोई अल्फाज ना कहण। ते उस वक्त दीवान सुच्चा नंद ने कहा, जी तौहीन लई माफी चाहुंदा, कल सवेरे ये कुछ नहीं होएगा, सवेरे वेखियो जो कुछ होएगा। दीवान की करेगा? उन्हें कहा, जी जदों कचहरी विच आउणगे उच्ची आवाज विच कहांगे, गुरु गोबिंद सिंह दे पुत्तां ने सिर झुका दिता है, कल मैं दरवाजा ही वह बनाउणा है। साहिबजादे आउणगे ते सिर झुका के कचहरी च वड़नगे। उन्हां दरवाजा खिड़की छोटी दूजे पासों खोलती, उस दरवाजे साहिबजादियां नूं लियाउणा सी। सिपाही लैण चल गए। मां गुजरी ने अरदास करके कचहरी वल दोवें पुत्रे फिर तोर दिते। मोरे मोरे 2 नेजियां वाले सिपाही ने जदों झुक के छोटे दरवाजे अंदर बड़े, साहिबजादे रुक गए। मोरे बाबा जोरावर सिंह, पिछे बाबा फतेह सिंह, सिर नहीं झुकाया। दोवां साहिबजादियां बिना सिर झुकाया जुत्ती समेत सज्जा पैर अंदर रखिया, फिर पूरा शरीर नीमा करके अगला पैर अंदर रखिया, बिना सिर झुकाया कचहरी च बड़े। ते वड़दियां सार पता गज के की गया, वाहिगुरु जी का खालसा वाहिगुरु जी की फतेह। अखां अड्डियां रह गईयां सब दियां। कोल खड़े काजी दे हथों तां माला ही डिग पई। वो हैरान होके कहंदा, या अल्लाह, इन्नी छोटी उम्र, इन्नी उच्ची सोच, इन्नी छोटी उम्र, इन्नी वड्डी अणख। सिर नहीं झुकाया, बिना सिर झुकाया किवें कचहरी च वड़े। गज के फतेह गजा दिती। एक विद्वान लिखदा है, कहंदा दाता जांदियां परे दरबार अंदर, दाता जांदियां परे दरबार अंदर, साहिबजादियां फतेह गजा दिती। सत श्री अकाल दा मार नारा, तस्वीं काजी दे हथों छड़ा दिती। काजी हथों माला डिग पई, तस्वीं डिग पई। कहंदा, या अल्लाह, इन्नी छोटी उम्र, इन्नी उच्ची सोच।
गुस्से च वजीर खां बोलिया, ओए बच्चों, तुहाडे पिता गुरु गोबिंद दा असीं कतल कर दिता है, तुहाडे दोवें भरा असीं मार दिते ने। साहिबजादा बाबा जोरावर सिंह बोले, वजीर खां तू कुफर तोलदा, झूठ बोलदा, साडे प्यो नूं तू हवा वल भी नहीं वेख सकदा, साडे प्यो नूं मारन दी तेरे विच ताकत नहीं, तू झूठ बोल रहा है। ओदी अखां चुक गईयां, गल तां सच है, मैं तां गुरु गोबिंद सिंह दी हवा वल भी नहीं वेख सकिया। उन्हें गुस्से विच वजीर खां दे सामने वजीर खां ने दीवान नूं इशारा किया, काजी नूं कोल सद्या, कोल सद के कहा, वत्ता लंबा वक्त ना पाओ, काजी साहब गुरु गोबिंद दे लालां दा बंदोबस्त करो। बंदोबस्त दा भाव सी वे छेती नाल काम कर दिओ, इस तों पहलां कि दिल्ली तक कोई खबर पहुंचे। काजी ने कहा, जी शरा दे मुताबिक कोई मेरे कोल इस तरह दा लॉ नहीं, शरा नहीं, इस्लाम दी कोई शरा नहीं है, इन्ने छोटे बच्चों नूं सजा दे। वजीर खां बोलिया, जो मैं कह रहा वो करो, छेती तो छेती इन्हां साहिबजादियां दा बंदोबस्त करो। काजी ने सिर हिला दिता, सब ने इको ताड़ विच, उस कचहरी विच इको बंदे ने उठ के विरोध किया, गुरु गोबिंद सिंह दे पुत्तां तो बदला, ओदे गुरु गोबिंद सिंह दा बदला ओदे बच्चियां तो नहीं लेना चाहिए। पर एक कचहरी विच ओ बंदे ने एक गल कही, वो कहंदा मेरे भी दुश्मन ने गुरु गोबिंद सिंह। मरेलकोटले दा नवाब शेर मुहम्मद खां कहंदा मेरे दुश्मन ने गुरु गोबिंद सिंह, उन्हें मेरे भरा नूं मारिया, मैदाने जंग विच मिलणगे, मर जांगा जां मार दांगा, पर गुरु गोबिंद सिंह दा बदला ओदे पुत्तां तो नहीं लवांगा, ओदे मासूम बच्चियां तो बदला लेना पाप है। वजीर खान ये तेनू करना नहीं चाहिए। पर जदों सारी कचहरी ने एक तरफा फैसला किया, वह बंदा उठ के वाकआउट कर गया। फैसला यह किया, कल सवेरे बंदोबस्त कर दिओ। काजी ने यासा दे दीन हुक्म सुनाया, जी इन्हां नूं कंधां विच चिण दिता जावे। फिर साहिबजादियां नूं वापस मां गुजरी कोल भेज दिता। कल सवेरे वो तैयारी करनी सी, रात लंघ गई। सवेरे सवखते ठंडे बुरज के सामने इट्टां सुट्टणियां शुरू कर दित्तियां। रखे हुए राज मिस्त्रियां ने गारा रलाउणा शुरू कर दिता। मां गुजरी दे सामने जान बुझ के इट्टां सुटदे ने। अज भी वेखियो ठंडे बुरज के बिल्कुल चढ़दे वल वो शहीदी कंधां ने, शहीदी अस्थान है। बिल्कुल मां गुजरी दी अखां दे सामने ये साका वरतिया। क्यों? शायद दादी दा दिल पिघल जाए, कदे धा मार के कह दे वे ना मारो मेरे पोतिया ने। उन्हां दे मन विच सी इह गल। अगली सवेर दिन चढ़िया, सिपाही लैण आ गए, इट्टां सुट दित्तियां गईयां। दोवां साहिबजादियां नूं जदों बुलावा कल्लिया, मां गुजरी ने दवा दव तैयार कीते, शाबाश दित्ती, मस्तक चुम्मे, जाओ मेरे लाल छेती जाओ, तुहानूं देरी हो रही है, वे पुत छेती जाओ। दोवें साहिबजादे सिपाहियां नाल तुर पए ते कहंदे ने पौड़ियां उतरन लगे रुक गए। पिछां परत के दादी वल वेखण लग पए। सिपाही सोचदे ने अज इन्हां दा आखिरी दिन है, शायद तां दादी वल वेख के कमजोर हो रहे ने। दोवें साहिबजादे रुक गए। मां गुजरी ने कहा वे लाल रुक क्यों गए? ते छोटा बाबा फतेह सिंह भज के कोल आया, कहंदे दादी मां एक गल दसनी तां मैं भुल ही गया सी। बिलाल दस। दादी मां कल जदों असीं कचहरी विच गए सी ना, मैं डर गया सी। वे पुत तू क्यों डर गया सी? वजीर खान ने डराया? नहीं नहीं दादी मां, ओदे जलादां तो डरिया? नहीं दादी मां, कल मैं वजीर खान तो ओदे जलादां तो नहीं सी डरिया। कल पता की होया सी, जदों कचहरी विच गए दादी मां उन्हीं दरवाजा छोटा कर दिता। मेरे तो अगे अगे वड्डा वीरा जोरावर सिंह सी ते दादी मां उदों मैं डर गया। जे अज वड्डे वीरे ने कचहरी विच पैर धरन लग्या सिर झुका दिता, अज मेरी दादी दा सिर ना झुक जाए, अज मेरे पिता दा सिर ना झुक जाए। वे लाल फिर सिर ते नहीं सी ना झुकाया? कहंदे नहीं नहीं दादी मां, असीं बिना सिर झुकाया जदों जाके कल फतेह बुलाई, काजी दे हथों तां माला ही डिग पई सी। मां गुजरी ने कहा शाबाश बे पुत, अज भी इदां ही करियो।
ਜਾਂਦੇ ਕਚਹਿਰੀ ਵਿੱਚ ਫਤਿਹ ਬੁਲਾਇਓ, ਸਿਰ ਨਾ ਝੁਕਾਇਓ, ਜਾਓ ਛੇਤੀ ਤੁਹਾਨੂੰ ਦੇਰੀ ਹੋ ਰਹੀ ਹੈ। ਜਦੋਂ ਤੁਰਨ ਲੱਗੇ ਤੇ ਬਾਬਾ ਜੋਰਾਵਰ ਸਿੰਘ ਕਹਿੰਦੇ, ਦਾਦੀ ਮਾਂ ਤੂੰ ਕੁਝ ਭੁੱਲ ਗਈ ਹੈ। ਪੁੱਤ ਮੈਂ ਕੀ ਭੁੱਲ ਗਈ ਹੈ? ਮੈਂ ਸਵੇਰੇ ਤੁਹਾਡੇ ਕੇਸਾਂ ਚ ਕੰਘਾ ਵੀ ਕੀਤਾ, ਦਮਾਲੇ ਵੀ ਸਜਾਏ ਨੇ, ਜਪਜੀ ਸਾਹਿਬ ਵੀ ਸੁਣਾਇਆ, ਮੈਂ ਕੀ ਭੁੱਲ ਗਈ ਹੈ? ਦਾਦੀ ਮਾਂ ਤੂੰ ਕੁਝ ਭੁੱਲ ਗਈ ਹੈ, ਦੱਸ ਦੇ ਪੁੱਤ ਮੈਂ ਕੀ ਭੁੱਲੀ ਹੈ? ਤੇ ਬਾਬਾ ਜੋਰਾਵਰ ਸਿੰਘ ਕਹਿੰਦੇ, ਦਾਦੀ ਮਾਂ ਤੂੰ ਅਰਦਾਸ ਕਰਨੀ ਭੁੱਲ ਗਈ ਹੈ। 2 ਦਿਨ ਅਰਦਾਸ ਕਰਕੇ ਭੇਜਦੀ ਰਹੀ, ਮੇਰੇ ਪੋਤਿਆਂ ਦੀ ਉਮਰ ਕਚਹਿਰੀਆਂ 'ਚ ਜਾਣ ਦੀ ਨਹੀਂ, ਜਿੱਤ ਕੇ ਵਾਪਸ ਆਉਣ। ਗੁਰੂ ਤੇਗ ਬਹਾਦਰ ਸਾਹਿਬ ਜਿੱਤ ਕੇ ਵਾਪਸ ਆਉਣ। ਅੱਜ ਤੂੰ ਅਰਦਾਸ ਹੀ ਨਹੀਂ ਕੀਤੀ। ਮਾਂ ਗੁਜਰੀ ਨੇ ਬੜੇ ਸਹਿਜ ਤੇ ਪਿਆਰ ਨਾਲ ਮਸਤਕ ਚੁੰਮ ਕੇ ਕਿਹਾ, ਵੇ ਮੇਰੇ ਪੋਤਿਓ ਮੈਂ ਭੁੱਲੀ ਨਹੀਂ, ਪੁੱਤ ਅੱਜ ਜਾਣ ਕੇ ਅਰਦਾਸ ਨਹੀਂ ਕੀਤੀ, ਮੈਂ ਜਾਣ ਬੁੱਝ ਕੇ ਅਰਦਾਸ ਨਹੀਂ ਕੀਤੀ। ਦਾਦੀ ਮਾਂ ਕਿਉਂ? ਕਹਿੰਦੇ 2 ਦਿਨ ਮੈਂ ਅਰਦਾਸਾਂ ਕਰਦੀ ਰਹੀ, ਮੇਰੇ ਪੋਤੇ ਈਨ ਨਾ ਮੰਨਣ, ਈਮਾਨ 'ਚ ਪੱਕੇ ਰਹਿਣ, ਧਰਮ ਵਿੱਚ ਜਿੱਤ ਹੋਵੇ, ਮੇਰੇ ਪੋਤੇ ਜਿੱਤ ਕੇ ਵਾਪਸ ਮੇਰੇ ਕੋਲ ਆਉਣ, ਜਿੱਤ ਕੇ ਵਾਪਸ ਆਉਣ। ਪੁੱਤ ਅੱਜ ਮੈਂ ਜਾਣ ਬੁੱਝ ਕੇ ਅਰਦਾਸ ਨਹੀਂ ਕੀਤੀ। ਮੈਨੂੰ ਪਤਾ ਹੈ ਅੱਜ ਤੁਸੀਂ ਵਾਪਸ ਦਾਦੀ ਦੀ ਗੋਦ ਵਿੱਚ ਨਹੀਂ, ਅੱਜ ਦਾਦੇ ਦੀ ਗੋਦ 'ਚ ਜਾਣਾ। ਅੱਜ ਤੁਸੀਂ ਵਾਪਸ ਦਾਦੀ ਕੋਲ ਨਹੀਂ, ਅੱਜ ਤੁਸੀਂ ਦਾਦੇ ਕੋਲ ਚਲੇ ਜਾਣਾ। ਦੋਵਾਂ ਸਾਹਿਬਜ਼ਾਦਿਆਂ ਨੂੰ ਤੋੜ ਦਿੱਤਾ, ਕਚਹਿਰੀ ਜਾਂਦਿਆਂ ਫਤਿਹ ਗਜਾਈ। ਵਜ਼ੀਰ ਖਾਂ ਪਹਿਲੇ ਕ੍ਰੋਧ ਵਿੱਚ ਬੈਠਾ ਸੀ, ਉਹਨੇ ਕਾਜੀ ਨੂੰ ਕਿਹਾ, ਜੀ ਕਰੋ ਬੰਦੋਬਸਤ। ਤੇ ਕਾਜੀ ਨੇ ਕੁਰਾਨ ਸ਼ਰੀਫ ਦੀ ਝੂਠੀ ਜੇ ਇਸ ਤਰ੍ਹਾਂ ਇਮਤਿਹਾਨ ਖੋਲ ਕੇ ਐਵੇਂ ਬੋਲਿਆ, ਯਾਸਾ ਦੇ ਅਧੀਨ ਸ਼ਰਾ ਦੇ ਮੁਤਾਬਕ ਹਕੂਮਤ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਕੰਧਾਂ ਵਿੱਚ ਚਿਣ ਦਿੱਤਾ ਜਾਵੇ। ਹੁਕਮ ਸੁਣਾ ਕੇ ਕਚਹਿਰੀ ਤੋਂ ਬਾਹਰ ਗਰਾਊਂਡ ਵਿੱਚ ਲੈ ਆਏ। ਵਜ਼ੀਰ ਖਾਂ ਉੱਚੀ ਫਸੀਲ ਤੇ ਚੜ ਕੇ ਬਹਿ ਗਿਆ, ਸਾਹਮਣੇ ਰਾਜ ਮਿਸਤਰੀ ਭੇਜ ਦਿੱਤੇ ਗਏ। ਸਵੇਰ ਤੋਂ ਕੰਧਾਂ ਚਿਣਨ ਲੱਗੇ, ਦੁਪਹਿਰ ਹੋ ਗਈ। ਮਾਂ ਗੁਜਰੀ ਵੇਖਦੀ ਰਹੀ, ਅੱਖਾਂ ਦੇ ਸਾਹਮਣੇ ਪੋਤੇ ਕੰਧਾਂ ਵਿੱਚ ਲੁਕਦੇ ਗਏ। ਦੋਵਾਂ ਸਾਹਿਬਜ਼ਾਦਿਆਂ ਦਾ ਮੂੰਹ ਠੰਡੇ ਬੁਰਜ ਵੱਲ, ਮਾਂ ਗੁਜਰੀ ਵੱਲ ਕੀਤਾ ਹੋਇਆ। ਇਤਿਹਾਸ ਕਹਿੰਦਾ ਅਖੀਰ ਮਾਂ ਗੁਜਰੀ ਰੀਝ ਲਾ ਕੇ ਪੋਤਿਆਂ ਵੱਲ ਤੱਕਦੀ ਰਹੀ। ਜਦੋਂ ਕੰਧਾਂ ਗਲਾਂ ਤੱਕ ਆ ਗਈਆਂ ਨਾ, ਹੁਣ ਕੁਝ ਘੜੀਆਂ, ਕੁਝ ਮਿੰਟਾਂ ਦੀ ਖੇਡ ਰਹਿ ਗਈ। ਜਿੰਨੇ ਲੋਕ ਤਮਾਸ਼ਬੀਨ ਸੱਦੇ ਸਨ ਸਰਹੰਦ ਦੇ ਇਸ ਵਾਸਤੇ ਕਿ ਵੱਧ ਤੋਂ ਵੱਧ ਆਲੇ ਦੁਆਲੇ ਖਬਰ ਫੈਲੇ, ਕੋਈ ਬੰਦਾ ਹਕੂਮਤ ਦਾ ਵਿਰੋਧ ਨਾ ਕਰੇ। ਡਰ ਲੱਗੇ ਅੱਗੇ ਤੋਂ ਹਕੂਮਤ ਦੇ ਵਿਰੋਧ ਵਿੱਚ ਨਹੀਂ ਖਲੋਣਾ ਕਿਸੇ ਨੇ। ਹਕੂਮਤ ਇੰਨੀ ਜ਼ਾਲਮ ਹੈ, ਲੋਕਾਂ ਮੂੰਹ ਵਿੱਚ ਉਂਗਲਾਂ ਪਾ ਲਈਆਂ, ਮੂੰਹ ਸੁੱਕ ਗਏ, ਖਾਡੀਆਂ ਰਹਿ ਗਈਆਂ। ਵੇ ਇੰਨਾ ਵੱਡਾ ਜ਼ੁਲਮ, ਇੰਨੇ ਛੋਟੇ ਛੋਟੇ ਬੱਚੇ ਕੰਧਾਂ ਚਿਣਦੇ। ਚਰਨ ਸਿੰਘ ਸਫਰੀ ਸਾਹਿਬ ਦੀਆਂ ਪੰਕਤੀਆਂ ਕਹਿ ਕੇ ਮੈਂ ਸਮਾਪਤੀ ਕਰਨੀ ਹੈ, ਸਮਾਂ ਬਹੁਤ ਹੋ ਗਿਆ ਹੈ। ਕਹਿੰਦੇ ਨੇ ਉਹ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣਦੇ ਰਹੇ। ਗਾਰਾ ਤੇ ਇੱਟਾਂ ਫੜਾਉਣ ਵਾਲਾ ਇੱਕ ਜਲਾਦ ਕੱਲਿਆ, ਜਾ ਮਾਂ ਗੁਜਰੀ ਨੂੰ ਪੁੱਛ ਉਹਦਾ ਇਰਾਦਾ ਤੇ ਨਹੀਂ ਬਦਲਿਆ। ਕਿਤੇ ਕਹਿ ਦਵੇ ਸ਼ਾਇਦ ਮੇਰੇ ਪੋਤਿਆਂ ਨੂੰ ਛੱਡ ਦਿਓ, ਗਲਾਂ ਤੱਕ ਕੰਧਾਂ ਆ ਗਈਆਂ, ਐਵੇਂ ਗਲ ਕੁੱਟੇ ਜਾਣਗੇ, ਮੁੱਕ ਜਾਣਗੇ, ਛੱਡ ਦਿਓ, ਜਾ ਪੁੱਛ ਕੀ ਕਹਿੰਦੀ ਹੈ ਮਾਂ ਗੁਜਰੀ। ਜਲਾਦ ਜਾਂਦਾ ਤੇ ਮਾਂ ਗੁਜਰੀ ਨੂੰ ਪੁੱਛਦਾ ਹੈ। ਚਰਨ ਸਿੰਘ ਸਫਰੀ ਸਾਹਿਬ ਲਿਖਦੇ ਨੇ, ਕਹਿੰਦੇ ਇੱਕ ਭੱਜਾ ਗਿਆ ਜਲਾਦ ਤੇ ਕਹਿਣ ਲੱਗਾ, ਮਾਂ ਗੁਜਰੀ ਨੂੰ ਕਹਿੰਦਾ, ਇੱਕ ਭੱਜਾ ਗਿਆ ਜਲਾਦ ਤੇ ਜਾ ਕੇ ਮਾਂ ਗੁਜਰੀ ਨੂੰ ਕਹਿਣ ਲੱਗਾ, ਕਹਿੰਦਾ ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ, ਤੇਰੇ ਕੋਲ 2 ਮਾਸੂਮ ਪੋਤਿਆਂ ਦਾ ਇੱਕ ਜੋੜਾ ਸੀ, ਤੂੰ ਕਿੱਦਾਂ ਦੀ ਦਾਦੀ ਐ, ਉਹ ਵੀ ਗਵਾਉਣ ਲੱਗੀ ਐ। ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ, ਹੁਣ ਜਾਪਦਾ ਉਹ ਵੀ ਨਹੀਂ ਰਹਿਣ ਲੱਗਾ, ਵੱਡੇ ਪੁੱਤਰੇ ਦਾਦੇ ਦੇ ਮਗਰ ਤੁਰ ਗਏ, ਛੋਟੇ ਆਸਰਾ ਸਨ ਉਹ ਵੀ ਢਹਿਣ ਲੱਗਾ। ਤੇਰੇ ਵੱਡੇ ਪੋਤੇ ਚਮਕੌਰ ਦੀ ਜੰਗ ਵਿੱਚ ਸੁਣਿਆ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ, ਆ 2 ਬਚੇ ਸੀ, ਇਹ ਤਾਂ ਬਚਾ ਲੈਂਦੀ।
ਇਹਨਾਂ ਨੂੰ ਕਿਉਂ ਕੰਧਾਂ 'ਚ ਮਰਵਾਉਣ ਲੱਗੀ ਐ? ਤੂੰ ਕਿੱਦਾਂ ਦੀ ਦਾਦੀ ਐ? ਜਲਾਦ ਜੋ ਕਹਿ ਰਿਹਾ ਹੈ, ਕਹਿੰਦਾ ਵੱਡੇ ਪੁੱਤਰੇ ਦਾਦੇ ਦੇ ਮਗਰ ਤੁਰ ਗਏ, ਛੋਟੇ ਆਸਰਾ ਸਾਨੂੰ ਵੀ ਢਹਿਣ ਲੱਗਾ। बेटा लापता है, अगों देख किस्मत तेरी किदां दी किस्मत है। तेरे पुत दी कोई खबर नहीं। सुनिया चमकौर दी जंग चों निकल गया, पर खबर नहीं कोई है भी जां नहीं। ਉਹ ਜਲਾਦ ਕਹਿੰਦਾ ਬੈਠ ਨੇਰੇ ਦੇ ਵਿੱਚ ਤੂੰ ਅੰਮੀਏ ਨੀ, ਤੇਰੇ ਚੰਦ ਨੂੰ ਲੱਗਣ ਗਰੈਣ ਲੱਗਾ। 2 ਰਦੇ ਲਾਉਣੇ ਨੇ, ਪੋਤੇ ਮਰ ਜਾਣੇ ਨੇ, ਤੇਰਾ ਚੰਦ ਗਿਆ ਗਰੈਣ ਲੱਗ ਗਿਆ। तेरे चंद नू लगन गरैन लगा, बेटा लापता है अगों देख किस्मत। तेरे बेटे दे बेटे आओ जा रहे ने, रेशम बिच लपेट के रख दी से, इट्टां विच लपेटे ओ जा रहे ने। जिन्हां दी उम्र रेशम दीयां रजाइयां च रखण दी है, वो कंधां च लपेटे जा रहे, इट्टां थल्ले आ रहे। अगों मां गुजरी ने फिर बड़े सहज नाल दृढ़ता नाल जवाब दिता, कहंदी वे जलाद नूं कहंदी वे पुत्त तू इत्थों तक आया जी सदके, मेरे अखां च नमी लियाउण खातर नवी खबर लियाया है जी सदके। वे पुत तू खबर देन आया ना, वे तेरे पोते मर चले ने जी सदके, तू खबर लेके आया। पर हुण मां गुजरी रो नाल बोली, जा वे अपना काम कर। इट्टां फड़ा, इट्टां मुक चलियां ने, इट्टां पकड़ा जाके मिस्त्री नूं, इट्टां मुक चलियां ने, जा अपना काम कर, अपने मालकां दा हुक्म मन। मां गुजरी अगों जवाब दिता बड़े प्यार ते बड़े रोह विच। उस जलाद नूं कहंदी वे जा अपने मालकां दा हुक्म मन, वे जा तू हुक्म मन, तैनू कौन रोके। बेकिणिया कातों तू किणी जाने, कंध मिणी जाने वार वार जेड़ी, कफन मुगल हुकूमत दा मिणी जाने। ये कंधा नहीं, मुगलिया हुकूमत दा कफन है। डिगण गिया देखी मुगलिया हुकूमत ते कफन पै जाना। वो जलाद फिर चला गया ते गुस्से विच गया, कहंदा किन्नी बजिद किन्नी जिद वाली दादी है, इहनूं पोतियां दा कोई तरस नहीं। ते जांदियां कहंदा ओनूं पोतियां दा कोई तरस नहीं, लियाओ इट्टां पकड़ाओ। दवा दव साहिबजादियां नूं कंधां चिण दईए। दवा दव दोवां हत्थां नाल इट्टां फड़ाउण लगा। रदा चुकदियां चुकदियां बाबा फतेह सिंह दे मूंह वल आ गया, गल घुट होण लग पए, साह हुट होण लग पिया। ते वो विद्वान लिखदा है, कहंदा परत गया जलाद फिर दुखी हो के, ओ खूनी कंध ते इट्टां लाउण लगा। अंबर बिच कहारी दे शेक पै गए, सीना पृथ्वी दा थर थराउण लगा। बाबा फतेह सिंह दा मूंह दिसना बंद हो गया। मां गुजरी नूं ऐ लगा मेरा एक चंद तां छुप गया कंधां विच। दूजे वल वेखदी है, धन मां गुजरी ते धन गुरु दे लाल। कहंदे फतेह सिंह मासूम दे मूंह ते जदों रदा खीर लाउण लगा, पज गारे दे फेर जलाद भज्जा ते जाके गुजरी ताई सुणाउण लगा। अखीर वार जाके मां गुजरी नूं कहंदा माता गुजरीए किहो जई गुजरदी ए, तेरे उत्ते कहारियां गुजर गईयां, गया गुजरिया शहर भी आखदा ए, गुजरी उत्ते कहारियां गुजर गईयां। मां गुजरी अगों जवाब दिता, मेरा नाम गुजरी, मेरी अल गुजरी, एहो जही कहानी तां मेरे उत्ते वे घड़ी घड़ी गुजरी, पल पल गुजरी। पहला पति दिता फिर मैं पोते तोरे, ओ हुण मौत मैनू कहंदी है चल गुजरी।
लोग गुजरी मैनू ताइयों आखदे ने, जिहड़ी आई सिर ते ओ मैं चल गुजरी। दोवें साहिबजादे कंधां विच लुक गए, शरीर साह हुट्टे गए। मिस्त्रियां ने कांडी टेसी आर सब कुछ सुट दिता। हथ धो के वजीर खान नूं कहंदे ने, कंधां चिण दित्तियां गईयां जी। हुण वो कांडी टेसी सुट के मिस्त्री चले गए। सब लोगों की नजर कंधां वल, उस कंध वल रही। डेढ़ घड़ी गुजरी, अचानक दोवें कंधां डिग पईयां। गुरु दे लाल साहिबजादे भी डिग पे। इट्टां थल्ले शरीर आ गए। उच्ची फसील ते बैठा वजीर खां वेखदा, सब दे मूँह सुक चुके सन। उच्ची फसील तो फिर बोलिया, शाशल वेग ते बाशल वेग नूं, ओए बाशल वेग, वेख खां कोल होके गोबिंद दे लाल मर गए ने। इट्टां थल्ले आए ने, वेख खां गोबिंद दे लाल मर गए ने। ते जदों बाशल बेग ने कोल जाके वेख्या, नब्जां पकड़ियां, साह वालियां रगां वेखियां। नब्ज पकड़ के वेख के कहंदा, सूबेदार साहब मरे नहीं, मुर्शद हो गए ने, बेहोश हो गए ने। साह कुटिया गया, बेहोशी में चले गए। वजीर खान ने कहा, अलख मुका दियो, खंजर कड ते साह वालियां रगां वड़ दे। दोमां जलादां ने दोमां साहिबजादियां दी छाती ते गोडे रखे। खंजर तिखा कड के गलां ते साह वालियां रगां वड़ दित्तियां। साह वाली रग वड्डण दी देर दुना सिंह हंडूरिया लिखदा, कहंदा, जोरावर सिंह खंडे के साथ प्राण बेग छुट गए। एकदम साह वाली रग वड्डी। बाबा जोरावर सिंह जी दे प्राण तो उसे वक्त पूरे हो गए, पर फतेह सिंह आद घड़ी पांव मारते रहे। घट्टो घट 12 मिनट बाबा फतेह सिंह दा शरीर तड़फदा रहा, पैर बजदे रहे, सब वेखदे रहे। ताहां निकल गईयां दुनिया दियां। अंबर बिच कहारी दे शेक पै गए। सीना पृथ्वी दा थर थराउण लगा। मां गुजरी अखां नाल वेखदियां सब कुछ असह कष्ट सहारदियां शहादत दा जाम पी गए। 1.5 दिन लाशां पईयां रहीआं। बाद विच दीवान टोडर मल ने जगह मुल खरीद के, क्योंकि सरहंद विच जगह नहीं मिली, अत्तेवाल पिंड दी जगह है, सरहंद तो बाहर जाके अत्ते चौधरी कोलों मुल जगह खरीदी, जिथे अज गुरुद्वारा जोती स्वरूप साहब है। उत्थे तिन्ने लाशां दा संस्कार होया। अज वो पूरे वर्ल्ड विचों सब तो कीमती जगह है। साध संगत, आपां गुरु दे लालां दी ये कथा इत्थे समाप्त करनी, क्योंकि इत्थों अगे ना तो सुनने दा अंदर जिगरा रहिंदा है, ना सुणाउण दी हिम्मत रहिंदी है। आओ श्री गुरु गोबिंद सिंह महाराज जी नूं नमस्कार करिए, अरदास करिए। दाता तेरे पुत्तां दी शहादत ने अज सानूं जिउंदा रखिया। अपने बच्चों लिए सिक्खी मंगियो, अपने पुत्तां धीआं लिए सिक्खी मंगियो। इन्हां नूं अमृत छकाओ, इन्हां नूं बाणी पढ़ाओ, ये जीवन जन्म सफल होवे। मेरा मन करदा है एक पंक्ति धन गुरु गोबिंद सिंह महाराज दे प्यार विच, साहिबजादियां दे प्यार विच सारे आपां पढ़िए रल के। ऐसे गुर को बल बल जाइए, आप मुकत मोहे तारे। ऐसे गुर को बल बल जाइए, आप मुकत मोहे तारे। ऐसे गुर आप मुकत मोहे तारे। ऐसे गुर को ऐसे गुर को वल बल जाइए। ऐसे गुर को वल बल जाइए। ऐसे गुर को ऐसे गुर को तोड़ा प्यार वेखना हुण किन्ना, एक बार गज के कहो ना अंदरों। ऐसे गुर को वल बल जाइए। ऐसे गुर को वल बल जाइए। ऐसे गुर को ऐसे गुर
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ। ਗੱਜ ਕੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ। ਆਹਾ ਵਾਹ ਵਾਹ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ऐसे गुर कंवल मल जाइए, ऐसे गुर कंवल मल जाइए, ऐसे गुर ऐसे गुर कंवल वल जाइए, आप मुकत मोहतार, ऐसे गुर कंवल वल जाइए, आप मुकत मोहतार, ऐसे गुर को आप मुकत मोहतार, ऐसे गुर को वल वल आप मुकत मोहतार। सतगुरु कृपा करन तुहाडी सारिਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨਵਾਦ। ਭਾਈ ਗੁਰਨੈਲ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਕਿਉਂ ਨਹੀਂ ਤੁਹਾਡਾ ਹੁਕਮ ਮੇਰੇ ਤੱਕ ਪਹੁੰਚਾਇਆ, ਉਹਨਾਂ ਦਾ ਵੀ ਧੰਨਵਾਦ ਹੈ। ਸਮੂਹ ਇੱਥੋਂ ਦੇ ਪ੍ਰਬੰਧਕਾਂ ਦਾ। ਇੱਕ ਤੁਹਾਨੂੰ ਬੇਨਤੀ ਹੈ, ਆਪਾਂ ਸਤਿਗੁਰੂ ਜੀ ਦੀਆਂ ਇਹ ਗਾਥਾਵਾਂ ਕਹਿੰਦੇ ਆ, ਗੁਰੂ ਦੀਆਂ ਖੁਸ਼ੀਆਂ ਗੁਰੂ ਦੀ ਗੋਦ ਵਿੱਚ ਬੈਠ ਕੇ ਮਾਣੀਆਂ ਨੇ। ਮੈਂ ਪਹਿਲੀ ਬੇਨਤੀ ਕਹੀ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਵਰਗੇ ਨਹੀਂ ਹੋ ਸਕਦੇ। ਸਾਡੇ ਵਿੱਚ ਉਹ ਕਰਮ ਕਰਤੂਤ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਸਕੀਏ। ਪਰ ਅਰਦਾਸ ਕਰਿਓ ਦਾਤਾ, ਤੇਰੇ ਪੁੱਤਰਾਂ ਦੀ ਕੁਰਬਾਨੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਸਾਨੂੰ ਚਰਨ ਧੂੜੀ ਬਖਸ਼ੋ, ਅਸੀਂ ਤੇਰੀ ਬਾਣੀ ਦਾ ਨਿਤਨੇਮ ਹੀ ਕਰਨ ਲੱਗ ਜਾਈਏ, ਇੰਨੀ ਬਹੁਤ ਵੱਡੀ ਬਖਸ਼ਿਸ਼। ਤੁਹਾਨੂੰ ਬੇਨਤੀ ਹੈ, ਘੱਟੋ ਘੱਟ ਜਪਜੀ ਸਾਹਿਬ ਦਾ ਨਿਤਨੇਮ ਪੱਕਾ ਕਰੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ, ਬਾਕੀ ਕੰਮ ਰੋਜ਼ ਹੁੰਦੇ ਰਹਿਣਗੇ ਔਰ ਹੋਣੇ ਨੇ। ਏਦਾਂ ਹੀ ਦੁਨੀਆ ਚੱਲਦੀ ਰਹਿੰਦੀ ਹੈ, ਨਾ ਵੀ ਰਹੀਏ ਤਾਂ ਵੀ ਕੰਮ ਚੱਲੀ ਜਾਣਾ। ਪਰ ਸਵੇਰੇ ਦਿਨ ਚੜ੍ਹਦਿਆਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹਨੂੰ ਆਪਣੇ ਕੰਮਾਂ 'ਚ ਐਡ ਕਰੋ ਵੇ। ਪਹਿਲਾਂ ਜਪਜੀ ਸਾਹਿਬ ਕਰਨਾ ਹੈ, ਫਿਰ ਹੋਰ ਕੰਮ ਕਰਨਾ ਹੈ। ਪਹਿਲਾਂ ਗੁਰੂ ਦੀ ਬਾਣੀ ਪੜ੍ਹਨੀ ਹੈ, ਬਾਕੀ ਕੰਮ ਬਾਅਦ ਵਿੱਚ। ਸਕੂਲੇ ਬੱਚਿਆਂ ਨੂੰ ਭੇਜਣਾ, ਪਹਿਲਾਂ ਜਪਜੀ ਸਾਹਿਬ। ਦਫ਼ਤਰ ਦੁਕਾਨ ਤੇ ਜਾਣਾ, ਪਹਿਲਾਂ ਜਪਜੀ ਸਾਹਿਬ। ਘਰ ਦੀ ਰੋਟੀ ਭੋਜਨ ਪ੍ਰਸ਼ਾਦਾ ਨਾਸ਼ਤਾ ਬਣਾਉਣਾ, ਪਹਿਲਾਂ ਜਪਜੀ ਸਾਹਿਬ, ਬਾਕੀ ਕੰਮ ਬਾਅਦ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸਾਡੇ ਉੱਤੇ ਜ਼ਰੂਰ ਬਣੀ ਰਹੇਗੀ। ਅਸੀਂ ਜ਼ਰੂਰ ਗੁਰੂ ਦੇ ਪਿਆਰ ਨਾਲ ਜੁੜੇ ਰਵਾਂਗੇ। ਉਹਦੇ ਪੁੱਤਾਂ ਵਰਗੇ ਤੇ ਨਹੀਂ ਹੋ ਸਕਦੇ, ਪਰ ਜੇ ਨਿਤਨੇਮ ਦੀ ਦਾਤ ਮਿਲ ਗਈ ਤਾਂ ਇੰਨਾ ਜ਼ਰੂਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਥਾਂ ਮਿਲ ਜਾਏਗੀ। ਇੰਨਾ ਕੁ ਕਰ ਲਓਗੇ ਭਾਈ, ਨਿਤਨੇਮ ਕਰ ਲਿਆ ਕਰੋਗੇ ਰੋਜ਼ ਜਪਜੀ ਸਾਹਿਬ ਦਾ। ਸਾਰੇ ਮਿਲ ਕੇ ਇੱਕ ਜਕਾਰਾ ਛੱਡੋ। ਜਿਹਨੇ ਜਪਜੀ ਸਾਹਿਬ ਰੋਜ਼ ਕਰਨਾ ਉਹ ਹੱਥ ਖੜੇ ਕਰ ਲਓ। ਕਰਨਾ ਰੋਜ਼, ਪੱਕਾ ਦ੍ਰਿੜਤਾ ਪ੍ਰਣ ਕਰੋ। ਬੇਟਾ ਪੜ੍ਹ ਲੈਣੇ ਪੰਜਾਬੀ, ਸ਼ਾਬਾਸ਼। ਕਰਨਾ ਹੈ ਜਪਜੀ ਸਾਹਿਬ, ਛੱਡੋ ਜਕਾਰਾ ਸਾਰੇ। ਬੋਲੇ ਸੋ ਨਿਹਾਲ,
क्योंकि तुसी कौम दा उज्जल भविख हो। जे भैणां बीबियां बच्चे बंदे सारे ही बाणी पढ़न लग पे ना, फिर कौम चढ़दी कला च। इन्नियां बेनतियां प्रवान करियो। मैनू छुट्टी बख्शो, तुसी समाप्ति ते जाओ, क्योंकि असीं दूर जाना है। कल दे फिर समागम ने। भुल चुक दी माफ़ी बख्शनी, आशीर्वाद दिओ। सतगुरु इदां अपने चरना सेवा लेंदे रहना, आखिरी सवास तक गुरु दे चरना दी सेवा निभा सकीए। भुल चुक दी माफ़ी बख्शनी, गज के फतेह बुलायो। वाहिगुरू जी का खालसा, वाहिगुरू जी की फतेह।